ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਤੇ ਅਕਾਲ ਸਪੋਰਟਸ ਦਾ ਪਲੇਠਾ ਪ੍ਰੋਗਰਾਮ ਲੈ ਕੇ ਦਾਸ ਅਜੈਬ ਸਿੰਘ ਗਰਚਾ ਹਾਜ਼ਰ ਹੈ। ਮੇਰਾ ਖਿਆਲ ਹੈ ਦਰਸ਼ਕਾਂ ਲਈ ਇਹ ਇੱਕ ਬਹੁਤ ਵੱਡੀ ਤੇ ਬਹੁਤ ਹੀ ਵਧੀਆ ਖਬਰ ਹੋਵੇਗੀ। ਇਸ ਪ੍ਰੋਗਰਾਮ 'ਚ ਜਿੱਥੇ ਅਸੀਂ ਇੰਗਲੈਂਡ ਯੂਰਪ ਭਰ ਦੀਆਂ ਪੰਜਾਬੀ ਖੇਡ ਸੰਸਥਾਵਾਂ ਦੀ ਗੱਲ ਕਰਾਂਗੇ, ਉੱਥੇ ਅਸੀਂ ਪੰਜਾਬ ਤੇ ਹਿੰਦੁਸਤਾਨ ਭਰ ਦੀਆਂ ਖੇਡ ਸੰਸਥਾਵਾਂ ਦਾ ਵੀ ਵਿਚਾਰ ਲੈ ਕੇ ਹਾਜ਼ਰ ਹੋਇਆ ਕਰਾਂਗੇ। ਸੋ ਅੱਜ ਇਸ ਪਲੇਠੇ ਪ੍ਰੋਗਰਾਮ ਵਿੱਚ ਅਸੀਂ ਇੰਗਲੈਂਡ ਦੀਆਂ ਦੋ ਮਹਾਨ ਹਸਤੀਆਂ ਜਿਨ੍ਹਾਂ ਦਾ ਸਪੋਰਟਸ ਵਿੱਚ ਬਹੁਤ ਵੱਡਾ ਅਹਿਮ ਯੋਗਦਾਨ ਹੈਗਾ, ਉਹਨਾਂ ਨਾਲ ਰੂਬਰੂ ਕਰਾਉਣ ਦੀ ਕੋਸ਼ਿਸ਼ ਕਰਨ ਜਾ ਰਿਹਾ ਹੈਗਾ। ਸੋ ਲਓ, ਮੇਰੇ ਬਿਲਕੁਲ ਖੱਬੇ ਪਾਸੇ ਸਰਦਾਰ ਹਰਭਜਨ ਸਿੰਘ ਜੀ ਬਾਂਸੀ ਤੇ ਬਿਲਕੁਲ ਉਹਨਾਂ ਦੇ ਨਾਲ ਸਰਦਾਰ ਸੁੱਚਾ ਸਿੰਘ ਜੀ ਸੋਹਲ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਨਾਲ ਅੱਜ ਅਸੀਂ ਗੱਲ ਕਰਾਂਗੇ ਤੁਹਾਡੇ ਸਪੋਰਟਸ ਦੇ ਪਾਸ ਬਾਰੇ, ਪ੍ਰੈਜ਼ੈਂਟ ਅਤੇ ਫਿਊਚਰ ਬਾਰੇ। ਸਭ ਤੋਂ ਪਹਿਲਾਂ ਅਕਾਲ ਸਪੋਰਟਸ ਦੇ ਜਿਹੜੇ ਦਰਸ਼ਕ ਹੈਗੇ ਉਹ ਜਾਣਨਾ ਚਾਹਣਗੇ, ਤੁਸੀਂ ਅੱਜ ਇਸ ਮੁਕਾਮ ਤੇ ਬੈਠੇ ਹੋ, ਸਪੋਰਟਸ ਦੇ ਵਿੱਚ ਤੁਹਾਡਾ ਕਿਹੋ ਜਿਹਾ ਪਾਰਟ ਪਲੇ ਕਰ ਚੁੱਕੇ ਆ ਅੱਜ ਦੀ ਤਰੀਕ 'ਚ? ਸਰਦਾਰ ਹਰਭਜਨ ਸਿੰਘ ਜੀ, ਸ਼ੁਰੂ ਤੋਂ ਕਰਾਂਗਾ। ਸ਼ੁਰੂ ਤੋਂ ਮਤਲਬ ਸਾਡਾ ਪਿੰਡ ਬਿਲਕੁਲ ਜਲੰਧਰ ਕੈਂਟ ਦੇ ਲਾਗੇ ਆ, ਤੇ ਸਾਡੇ ਉੱਥੇ ਸਕੂਲੇ ਜਿੰਨੇ ਵੀ ਸਕੂਲ ਹੈਗੇ ਜਲੰਧਰ ਕਸ਼ੋਣੀ ਦੇ ਵਿੱਚ, ਉਹਨਾਂ ਵਿੱਚ ਹਾਕੀ ਦਾ ਬਹੁਤ ਜ਼ਿਆਦਾ ਰਿਵਾਜ ਸੀਗਾ ਔਰ ਸ਼ੌਕ ਸੀਗਾ ਜੀ। ਤੇ ਉੱਥੇ ਪਰ ਸਾਡਾ ਕੰਪੀਟੀਸ਼ਨ ਬਹੁਤ ਸੀ, ਕਿਉਂਕਿ ਅਸੀਂ ਦੂਰ ਸੀਗੇ ਥੋੜੇ ਛਾਉਣੀ ਤੋਂ ਦੂਰ ਜੀ। ਜਿਵੇਂ ਲਾਗੇ ਦੇ ਪਿੰਡ ਹੈਗੇ ਸੰਸਾਰਪੁਰ, ਖੁਸਰੋਪੁਰ, ਧੈਨੋਵਾਲੀ ਜਾਂ ਬਹਿਣਗਾਂ, ਉਹਨਾਂ ਲੋਕਾਂ ਨੂੰ ਬੱਚਿਆਂ ਨੂੰ ਸਕੂਲ ਬਹੁਤ ਲਾਗੇ ਸਕੂਲ ਪੈਂਦਾ ਸੀਗਾ। ਸਾਨੂੰ ਉੱਥੇ ਇੰਨਾ ਚਾਂਸ ਨਹੀਂ ਹੋਇਆ, ਪਰ ਮਿਲਿਆ 1 ਸਾਲ। ਉਹ ਕੋਈ ਵੱਡੀ ਕੁਆਲੀਫਿਕੇਸ਼ਨ ਨਹੀਂ ਸੀਗੀ ਹਾਕੀ ਦੀ ਜਾਂ ਕਿਸੇ ਵੀ ਸਪੋਰਟਸ ਦੀ। ਉਸ ਤੋਂ ਬਾਅਦ ਮੈਂ ਆਰਮੀ ਚਲੇ ਗਿਆ, ਉੱਥੇ ਜਾ ਕੇ ਫਿਰ ਤਕਰੀਬਨ ਥੋੜ੍ਹਾ ਜਿਹਾ ਚਾਂਸ ਵਧੀਆ ਮਿਲਿਆ ਹਾਕੀ ਦੇ ਵਿੱਚ ਖੇਲਣ ਨੂੰ। ਤੇ 3 ਸਾਲ ਆਰਮੀ ਵਿੱਚ ਰਹਿਣ ਤੋਂ ਬਾਅਦ ਮੈਂ ਡਿਸਚਾਰਜ ਹੋ ਕੇ ਫਿਰ ਵਾਪਸ ਪਿੰਡ ਆ ਗਿਆ। ਉਸ ਤੋਂ ਬਾਅਦ ਹਾਕੀ ਮੇਰੀ ਸਾਰੀ ਫਿਨਿਸ਼ ਹੋ ਗਈ। ਸਿਰਫ 3 ਸਾਲ ਮੈਂ ਆਰਮੀ 'ਚ ਲਾਏ ਆ ਤੇ 1 ਸਾਲ ਸਕੂਲੇ ਖੇਲਿਆ ਸੀਗਾ। ਤੇ ਉਸ ਤੋਂ ਬਾਅਦ ਕੋਈ ਚਾਂਸ ਨਾ ਸੀਗਾ ਕਿ ਮੈਨੂੰ ਮੁੜ ਕੇ ਸਪੋਰਟਸ ਮਿਲੂਗੀ, ਪਰ ਕੁਦਰਤੀ ਮੈਨੂੰ ਫਿਰ ਜੋਬ ਮਿਲ ਗਈ ਲਖਨਊ ਰੇਲਵੇ ਵਿੱਚ। ਉੱਥੇ ਮੈਂ ਰਿਹਾ ਤਕਰੀਬਨ 6 ਸਾਲ। ਉੱਥੇ ਮੈਂ 5-6 ਸਾਲ ਹਾਕੀ ਖੇਲਿਆ ਤੇ ਤਕਰੀਬਨ 4 ਔਰ 5 ਵਾਰੀ ਜਿਹੜੇ ਇੰਟਰ ਰੇਲਵੇ ਵਿੱਚ ਸਾਡੀ ਰੇਲਵੇ ਬੋਰਡ ਦੀ ਟੀਮ 'ਚ ਮੈਂ ਰਿਪਰੈਜ਼ੈਂਟ ਕਰਦਾ ਰਿਹਾ। 72 ਦੇ ਵਿੱਚ ਮੈਂ ਇੰਗਲੈਂਡ ਆ ਗਿਆ। ਇੱਥੇ ਆਣ ਕੇ ਮੈਂ 23 ਈਅਰਸ ਹਾਕੀ ਨਹੀਂ ਖੇਲਿਆ। ਅੱਛਾ ਜੀ। ਕੋਈ ਸਪੋਰਟਸ ਦਾ ਕੋਈ ਪਤਾ ਨਹੀਂ ਸੀ ਮੈਨੂੰ ਕਿ ਹਾਕੀ ਇੱਥੇ ਖੇਲਦੇ ਆ ਜਾਂ ਕਿੱਦਾਂ ਹੈਗਾ ਆ। ਪਰ ਅਚਾਨਕ ਮੈਨੂੰ 95 ਦੇ ਵਿੱਚ ਨੀਅਰਲੀ ਓਵਰ 23 ਈਅਰਸ ਪਤਾ ਲੱਗਾ ਕਿ ਹਾਕੀ ਵੀ ਇੱਥੇ ਖੇਲਦੇ ਆ। ਮੈਂ ਉਦੋਂ 51 ਜਾਂ 52 ਦੇ ਕਰੀਬ ਸੀਗਾ, ਪਰ ਮੈਨੂੰ ਸੰਗ ਹੁੰਦੀ ਸੀ ਕਿ ਮੈਂ ਕਿਵੇਂ ਜਾ ਕੇ ਦੱਸਾਂ ਕਿ ਮੈਂ ਹਾਕੀ ਦਾ ਪਲੇਅਰ ਹੈਗਾ ਆ। ਪਰ ਮੈਂ ਆਪਣੇ ਨਾਲ ਲੜਕੇ ਨੂੰ ਲੈ ਕੇ ਆ ਗਿਆ। ਉਹ 13-14 ਸਾਲ ਦਾ ਸੀਗਾ। ਉਹਨਾਂ ਨੂੰ ਦੱਸਿਆ ਕਿ ਮੈਂ ਮੰਨ ਲਓ ਇਹਨੂੰ ਮੁੰਡੇ ਨੂੰ ਆਪਣੇ ਨੂੰ ਹਾਕੀ ਖੇਲਣ ਲਾਉਣਾ ਆ। ਤੇ ਉਹਦੇ ਵਿੱਚੋਂ ਮੈਨੂੰ ਮਨਜੀਤ ਨੇ ਕਿਹਾ ਵੀ ਜੇ ਤੁਸੀਂ ਵੀ ਖੇਲ ਲੈਣੇ ਹੁੰਦੇ ਆ ਵੀ ਤੁਸੀਂ ਵੀ ਟਰਾਈ ਕਰ ਲਓ। ਅੱਛਾ ਜੀ। ਪਰ ਉਹਨਾਂ ਦੇ ਇਸ ਥੈਂਕ ਯੂ ਵੈਰੀ ਮਚ ਫਾਰ ਦਾ ਮੰਨ ਲਓ ਬਾਰਫੋਰ ਟਾਈਗਰ ਕਲੱਬ ਦਾ, ਜਿਨ੍ਹਾਂ ਨੇ ਕਿ ਇੱਕ ਮੈਨੂੰ 50-52 ਸਾਲ ਦੇ ਬੰਦੇ ਨੂੰ ਹਾਕੀ ਖੇਲਣ ਲਾ ਲਿਆ। ਤੇ ਉਹ 95 ਦਾ ਮੈਂ ਹਾਕੀ ਖੇਲਦਾ ਔਰ 16-17 ਸਾਲ ਮੈਂ ਕੈਪਟਨਸ਼ਿਪ ਕੀਤੀ ਆ 4th ਟੀਮ ਦੀ ਤੇ 5th ਦੀ। ਤੇ ਹੁਣ ਮੈਂ ਤਕਰੀਬਨ ਹੁਣ ਕੈਪਟਨਸ਼ਿਪ ਛੱਡ ਦਿੱਤੀ ਹੈ ਤੇ 2 ਸਾਲ ਹੋ ਗਏ ਆ, ਕਿਉਂਕਿ ਮੈਂਬਰਸ਼ਿਪ ਬਹੁਤ ਘਟੀ ਜਾਂਦੀ ਸੀਗੀ। ਜਿਹੜੀ ਸਾਡੀ ਟੀਮ ਸੀ 15, ਉਹਦੇ ਵਿੱਚ ਪਲੇਅਰ ਆਉਣੇ ਘੱਟ ਸ਼ੁਰੂ ਹੋ ਗਏ। ਸੋ ਇਸ ਕਰਕੇ ਹੁਣ ਮੰਨ ਲਓ ਰਿਟਾਇਰ ਮੈਂ ਹੋ ਗਿਆ ਹਾਕੀ ਤੋਂ। ਪਰ ਇਸ ਸਾਲ ਫਿਰ ਵੀ ਮੈਂ 7-8 ਮੈਚ ਖੇਲ ਲਏ। ਸਰ ਹਰਭਜਨ ਸਿੰਘ ਜੀ, ਮੇਰੇ ਮਨ 'ਚ ਸਵਾਲ ਉਤਪੰਨ ਹੋਇਆ ਕਿ ਤੁਸੀਂ 51 ਸਾਲ ਦੀ ਉਮਰ 'ਚ ਹਾਕੀ ਇੰਗਲੈਂਡ ਜਾ ਕੇ ਖੇਡਣੀ ਸ਼ੁਰੂ ਕੀਤੀ, ਕਿਉਂਕਿ ਜਿਹੜੀ ਤੁਸੀਂ ਜਵਾਨੀ 'ਚ ਪੰਜਾਬ 'ਚ ਆਪਣੇ ਪਿੰਡ ਪੱਧਰ ਤੇ ਛੱਡ ਚੁੱਕੇ ਸੀਗੇ। ਤੇ 51 ਸਾਲ ਦੀ ਉਮਰ 'ਚ ਤਾਂ ਲੋਕ ਰਿਟਾਇਰ ਹੋ ਕੇ ਘਰ ਬਹਿ ਜਾਂਦੇ ਹੈਗੇ ਆ, ਤੁਹਾਨੂੰ ਇਹ ਸ਼ੌਕ ਹਾਲੇ ਤੱਕ ਵੀ ਬਰਕਰਾਰ ਹੈਗਾ, ਇਹਦਾ ਕਾਰਨ? ਕਿਉਂਕਿ ਉਹ ਮੈਂ ਮਿਸ ਕਰਦਾ ਹੁੰਦਾ ਸੀ ਹਮੇਸ਼ਾ। ਰਾਤ ਨੂੰ ਨੀਂਦ ਨਾ ਸੀ ਆਉਂਦੀ ਹੁੰਦੀ ਕਿ ਜਦੋਂ ਵੀ ਹਾਕੀ ਖੇਲਦੇ ਸੀ ਕਿੱਦਾਂ ਮੰਨ ਲਓ ਦੌੜਦੇ ਭੱਜਦੇ, ਐਕਸਰਸਾਈਜ਼, ਵਾਰਮ ਅਪ ਹੋਣਾ, ਹਰ ਇੱਕ ਚੀਜ਼। ਪਰ ਫਿਰ ਮੈਂ ਸ਼ੁਰੂ ਕਰ ਲਿਆ ਕਿ ਮੈਨੂੰ ਪਤਾ ਨਾ ਵੀ ਕਿ ਹਾਕੀ ਖੇਲਦੇ, ਮੈਂ ਫਿਰ ਮੈਰਾਥਨ ਦੌੜਨੀ ਸ਼ੁਰੂ ਕਰ ਲਈ। ਤੁਸੀਂ ਸਪੋਰਟਸ ਨੂੰ ਕਿਉਂ ਤਰਜੀਹ ਦਿੱਤੀ? ਤੁਸੀਂ ਹੋਰ ਕੋਈ ਕੰਮ ਕਰਕੇ ਪੈਸੇ ਕਮਾ ਸਕਦੇ ਸੀਗੇ, ਸਿਰਫ ਖੇਡਾਂ ਵਾਲੇ ਪਾਸੇ? ਪਰ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਹੈਪੀਨੈਸ ਮਿਲਦੀ ਸੀ ਖੇਲਣ ਦੇ ਨਾਲ, ਜਾਂ ਤੁਹਾਡੀ ਫਿਟਨੈਸ ਸੀਗੀ ਸਰੀਰ ਦੀ। ਤੁਸੀਂ ਯਕੀਨ ਨਹੀਂ ਮੰਨਣਾ ਕਿ ਜੋ ਮੈਂ 23 ਸਾਲ ਬਾਅਦ ਹਾਕੀ ਖੇਲਣ ਲੱਗਾ, ਜੋ ਮੈਂ ਦੌੜਨਾ ਸ਼ੁਰੂ ਕੀਤਾ, ਮੇਰੇ ਤੋਂ ਇੱਕ ਗਰਾਊਂਡ ਦਾ ਚੱਕਰ ਨਹੀਂ ਸੀ ਆ ਸਕਦਾ। ਇਟ ਵਿਲ ਟੇਕ ਮੀ ਨੀਅਰਲੀ 2 ਮਹੀਨੇ ਤੋਂ ਬਾਅਦ ਫਿਰ ਮੈਨੂੰ ਇੱਕ ਮਤਲਬ ਗਰਾਊਂਡ ਦਾ ਚੱਕਰ ਹੋਈ। ਪਰ ਉਸ ਤੋਂ ਬਾਅਦ ਜਦੋਂ ਮੈਂ ਦੌੜਨ ਲੱਗ ਪਿਆ ਜਾਂ ਇੰਟਰੋਡਿਊਸ ਕਰੀ ਗਿਆ ਖੇਲ ਦੇ ਵਿੱਚ, ਵਧੀਆ ਹੋ ਗਈ। ਜੋ ਮੈਂ ਇੱਥੇ ਕਲੱਬ ਦੇ ਵਿੱਚ ਆਇਆ ਬਾਰਫੋਰ ਟੈਗ ਦੇ ਵਿੱਚ, ਮੈਨੂੰ ਕੋਈ ਵੱਡੀ ਪ੍ਰੋਬਲਮ ਨਹੀਂ ਹੋਈ, ਕਿਉਂਕਿ ਮੈਂ ਆਲਰੇਡੀ
ਰਨਿੰਗ ਕਰਦਾ ਹੁੰਦਾ ਸੀਗਾ, ਜਾਂ ਹਾਫ ਮੈਰਾਥਨ ਜਾਂ ਫਨ ਰਨ। ਤੁਸੀਂ ਅੱਜ ਤਕਰੀਬਨ 70 ਸਾਲ ਦੀ ਉਮਰ ਹੋ ਗਈ ਆ, ਤੁਸੀਂ ਇਹ ਦੱਸਿਆ ਕਿ ਤੁਸੀਂ ਹਾਲੇ ਵੀ ਹਾਕੀ ਖੇਡਦੇ ਹੋ, ਤੁਸੀਂ ਕਿਵੇਂ ਐਡਜਸਟ ਹੁੰਦੇ ਹੋ ਟੀਮ 'ਚ? ਨੌਜਵਾਨਾਂ ਦੇ ਅੱਗੇ ਖੇਡਣਾ ਤਾਂ ਬੜਾ ਮੁਸ਼ਕਿਲ ਹੁੰਦਾ। ਨਹੀਂ, ਜਿਹੜਾ ਹੁਣ ਅਸੀਂ ਖੇਡਦੇ ਹਾਂ ਓਵਰ 60 ਦੀ ਵੀ ਟੀਮ ਹੈਗੀ ਆ, 65 ਦੀ ਵੀ ਹੈਗੀ ਆ, 70 ਦੀ ਵੀ ਹੈਗੀ ਆ, 75 ਦੀ ਵੀ ਹੈਗੀ ਆ। ਉਹ 'ਚ ਉਹੀ ਬੰਦੇ ਖੇਡਦੇ ਜਿਹੜੇ ਕਿ ਮੰਨ ਲਓ ਏਜ ਉਹਨਾਂ ਦੀ ਸੇਮ ਹੈਗੀ ਆ। ਹੁਣ ਅਸੀਂ ਆਹ 2-3 ਹਫ਼ਤੇ ਹੋਏ ਕੈਨਿਕ ਖੇਲੇ ਆ ਹਾਕੀ ਅਗੇਂਸਟ ਇੰਗਲੈਂਡ 75 ਵਰਸਸ ਓਵਰ 70। ਅਸੀਂ ਓਵਰ 70 ਖੇਲੇ ਆ, ਤਕਰੀਬਨ 23 ਪੀਪਲ ਹੋ ਗਏ ਸੀਗੇ ਜਿਹੜੇ ਕਿ ਖੇਲਣਾ ਸਿਰਫ 11 ਸੀ। ਅਸੀਂ ਤਕਰੀਬਨ ਸ਼ੇਅਰ ਕਰਕੇ ਮਤਲਬ ਫਸਟ ਕਲਾਸ ਖੇਲੀ ਗਏ ਔਰ ਵਧੀਆ ਰਿਜ਼ਲਟ ਮਿਲਿਆ ਮਨ ਈਚ। ਹਰਪ੍ਰੀਤ ਸਿੰਘ, ਮੈਂ ਦੁਬਾਰਾ ਤੁਹਾਡੇ ਨਾਲ ਗੱਲ ਕਰਾਂਗਾ। ਤੁਸੀਂ ਗੱਲ ਕੀਤੀ ਹੈ ਬਾਰਫੋਰਡ ਹਾਕੀ ਕਲੱਬ ਦੀ, ਆਪਣੇ ਨਾਲ ਬਿਲਕੁਲ ਸੁੱਚਾ ਸਿੰਘ ਜੀ ਬੈਠੇ ਆ, ਇਹ ਹਾਕੀ ਕਲੱਬ ਦੇ ਸਪਾਂਸਰ ਹੈਗੇ ਨੇ ਜਿਸ ਟੀਮ ਨੂੰ ਤੁਸੀਂ ਬਿਲੋਂਗ ਕਰਦੇ ਹੋ। ਸੁੱਚਾ ਸਿੰਘ ਜੀ, ਤੁਹਾਨੂੰ ਕਿੱਥੋਂ ਇਹ ਸ਼ੌਕ ਜਾਗਿਆ ਕਿ ਤੁਸੀਂ ਇਸ ਬਾਰਫੋਰਡ ਹਾਕੀ ਕਲੱਬ ਨੂੰ ਸਪਾਂਸਰ ਕਰੀਏ ਤੇ ਉਹਦੇ ਨਾਲ ਤੁਸੀਂ ਆਪ ਹੀ ਖੇਡਦੇ ਹੋ ਜਾਂ ਤੁਹਾਡਾ ਪਰਿਵਾਰਕ ਮੈਂਬਰ ਕੋ ਖੇਡਦਾ? ਨਹੀਂ, ਮੈਂ ਹਾਕੀ ਸ਼ੁਰੂ ਤੋਂ ਖੇਡਦਾ ਹਾਂ ਜੀ। ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਅਸੀਂ ਨੈਰੋਬੀ ਕੀਨੀਆ ਦੇ ਵਿੱਚ ਖੇਡਦੇ ਹੁੰਦੇ ਸੀ ਹਾਕੀ ਜੀ। ਤਾਂ ਫॉर ਸਮ ਸਿੰਸ ਦੈਨ ਜਸਟ ਬੀਨ ਪਲੇਇੰਗ ਜੀ। ਫਿਰ ਅਸੀਂ ਇੰਗਲੈਂਡ ਵਿੱਚ ਆਏ, ਪਹਿਲੇ ਮੈਨੂੰ ਲੱਗਦਾ 4-5 ਸਾਲ ਨਹੀਂ ਖੇਲੇ ਹਾਕੀ ਜੀ, ਜਿੱਦਾਂ ਭਾਜੀ ਨੇ ਗੱਲ ਕੀਤੀ, ਨਹੀਂ ਪਤਾ ਲੱਗਿਆ ਕਲੱਬ ਦਾ ਜੀ। ਫਿਰ ਖੇਲੇ ਅਸੀਂ ਪਹਿਲੋਂ ਤਾਂ ਕਿ ਖੇਲੇ ਹੈਂਡਸ ਵਿਦ ਈਗਲਸ ਲਈ ਜੀ। ਫਿਰ ਮੈਂ ਬਾਰਫੋਰਡ ਟਾਈਗਰਸ ਲਈ ਵੀ ਹਾਕੀ ਕਲੱਬ ਵਿੱਚ ਹਾਕੀ ਖੇਲਿਆ ਤੇ ਉਹਨਾਂ ਦੀ ਫਰਸਟ ਟੀਮ ਦੇ ਨਾਲ ਖੇਲਦਾ ਰਿਹਾ ਜੀ। ਤੇ ਬਾਅਦ ਦੇ ਵਿੱਚ ਹੌਲੀ ਫਿਰ ਜਿੱਦਾਂ ਤੁਸੀਂ ਫਿਰ ਫਰਸਟ ਟੀਮ ਨਾਲ ਨਹੀਂ ਖੇਲਦੇ, ਫਿਰ ਤੁਸੀਂ ਹੌਲੀ ਟਰਾਈ ਟੂ ਬ੍ਰਿੰਗ ਦ ਯੂਥ ਇਨਟੂ ਦ ਟੀਮ। ਫਿਰ ਅਸੀਂ ਨੀਅਰਲੀ ਸੈਮੀ ਰਿਟਾਇਰਡ ਹੀ ਹੋ ਗਏ, ਪਰ ਵੀ ਸਟਿਲ ਪਲੇ। ਤੇ ਫਿਰ thought of sponsoring the club because any ਜਿਹੜੀ ਕੋਈ ਇੰਸਟੀਟਿਊਸ਼ਨ ਹੈਗੀ ਆ, ਇਹਨਾਂ ਨੂੰ ਫਾਈਨੈਂਸਿਸ ਦੀ ਲੋੜ ਹੈਗੀ ਆ, so we contribute a little bit towards the club. Right, good. ਮੇਰੇ ਵੇਖਣ ਅਨੁਸਾਰ ਹਿੰਦੁਸਤਾਨ ਤੋਂ ਬਾਅਦ ਅਗਰ ਉਹਨਾਂ ਦਿਨਾਂ 'ਚ ਹਾਕੀ ਨੂੰ ਪ੍ਰਫੁੱਲ ਕੀਤਾ ਤੇ ਸ਼ਾਇਦ ਕੇਨੀਆ ਦਾ ਨੰਬਰ ਜ਼ਿਆਦਾ ਅੱਗੇ ਆਉਂਦਾ ਸੀਗਾ, ਜੇ ਮੈਂ ਗਲਤ ਨਹੀਂ ਤਾਂ ਤੁਸੀਂ ਦੱਸ ਸਕਦੇ ਹੋ ਵੀ ਕੇਨੀਆ 'ਚ ਪੰਜਾਬ ਤੋਂ ਬਾਅਦ ਜਾਂ ਹਿੰਦੁਸਤਾਨ ਤੋਂ ਬਾਅਦ ਕੇਨੀਆ 'ਚ ਹਾਕੀ ਕਿਉਂ ਪ੍ਰਫੁੱਲਤ ਰਹੀ ਆ? ਕੀਨੀਆ ਦੇ ਵਿੱਚ ਹਾਕੀ ਪ੍ਰਫੁੱਲਤ ਰਹੀ ਆ ਕਿਉਂਕਿ ਜਿਹੜੀ ਸਾਡੀ ਫਰਸਟ ਜਨਰੇਸ਼ਨ ਸੀਗੀ ਨਾ, ਉਹ ਰੇਲਵੇ ਤੇ ਆਏ ਸੀਗੇ ਐਜ਼ ਵਰਕਰਸ। ਫਿਰ ਜਿਹੜੀ ਉਹਨਾਂ ਦੀ ਸੈਕੰਡ ਜਨਰੇਸ਼ਨ ਸੀਗੀ, ਉਹ ਉਸ ਵੇਲੇ ਉੱਥੇ ਬੌਰਨ ਹੋਈ ਤੇ ਵਿੱਚੋਂ ਦੀ ਥੋੜੇ ਇੰਡੀਆ ਤੋਂ ਵੀ ਆਏ। ਤੇ ਉਹਦੇ ਚ ਕੀ ਸੀ, ਹਾਕੀ ਆਪਣੇ ਸਰਦਾਰ ਬਹੁਤ ਖੇਲਦੇ ਸੀਗੇ ਤੇ ਉਸ ਨੂੰ ਓਪਰਚੁਨਿਟੀ ਕੇ ਰਿਪਰੈਜ਼ੈਂਟ ਕਰ ਸਕਣ ਉਸ ਮੁਲਕ ਨੂੰ, ਕਿਉਂਕਿ ਜਿਹੜੀ ਉੱਥੇ ਦੀ ਲੋਕਲ ਕਮਿਊਨਿਟੀ ਸੀ ਹਾਕੀ ਦੇ ਵਾਕਿਫ ਨਹੀਂ ਸੀਗੇ। ਬਟ ਇਟ ਇਜ਼ ਅ ਪ੍ਰਾਈਡ ਕਿ ਸਿੱਖਾਂ ਨੇ ਉਸ ਮੁਲਕ ਨੂੰ ਓਲੰਪਿਕਸ ਦੇ ਵਿੱਚ ਰਿਪਰੈਜ਼ੈਂਟ ਕੀਤਾ ਕਿ ਸ਼ਾਇਦ ਸਾਡੇ ਮੈਨੂੰ ਲੱਗਦਾ ਇੰਡੀਆ ਦੇ ਇੰਨੇ ਸਿੱਖ ਨਹੀਂ ਹੋਗੇ ਜਿੰਨੇ ਕਿ ਕੀਨੀਆ ਦੇ ਸਿੱਖਾਂ ਨੇ ਰਿਪਰੈਜ਼ੈਂਟ ਕੀਤਾ ਆ ਐਟ ਦ ਓਲੰਪਿਕਸ। ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਸਾਡੇ ਲੋਕ ਹਿੰਦੁਸਤਾਨ ਤੋਂ ਜਾ ਕੇ ਕੇਨੀਆ 'ਚ ਜਾ ਕੇ ਵੀ ਹਾਕੀ ਦੀ ਟੀਮ ਇੰਟਰਨੈਸ਼ਨਲ ਪੱਧਰ ਤੇ ਖੇਡ ਰਹੀ ਹੈਗੀ ਹੈ, ਬੜੀ ਖੁਸ਼ੀ ਦੀ ਗੱਲ ਹੈਗੀ ਆ। ਤੇ ਅੱਜ ਤੁਹਾਡੀ ਜਿਹੜੀ ਬਾਰਫੋਰਡ ਹਾਕੀ ਕਲੱਬ ਹੈਗੀ ਆ, ਉਹ ਇੰਗਲੈਂਡ 'ਚ ਉਹਦੀ ਕੀ ਜਗ੍ਹਾ ਹੈਗੀ ਆ ਇਨ ਸਪੋਰਟਸ ਜਾਂ ਇਨ ਹਾਕੀ ਇਟਸੈਲਫ? ਬਾਰਫੋਰਡ ਟਾਈਗਰਸ ਐਟ ਦ ਮੋਮੈਂਟ ਇਹ ਨੈਸ਼ਨਲ ਲੀਗ ਦੇ ਵਿੱਚ ਖੇਲਦੇ ਆ। ਦਿਸ ਇਜ਼ ਵਨ ਆਫ ਦ ਟੌਪ ਲੀਗਸ ਇਨ ਦਿਸ ਕੰਟਰੀ ਐਂਡ ਇਟਸ ਓਨਲੀ ਆਈ ਥਿੰਕ ਦ ਸੈਕੰਡ ਏਸ਼ੀਅਨ ਕਲੱਬ after Indian Gymkhana. They both play in the national league and I think it's a bit going down but Barford Tigers is still keeping the flag flying. But ਅੱਗੇ ਜਦੋਂ ਕਿ ਮੈਂ ਇੰਗਲੈਂਡ ਵਿੱਚ ਆਇਆ ਸੀ, ਉਦੋਂ ਮੈਨੂੰ ਲੱਗਦਾ ਤਕਰੀਬਨ 6-7 ਟੀਮਾਂ ਖੇਲਦੀਆਂ ਹੁੰਦੀਆਂ ਸੀਗੀਆਂ। ਤਾਂ ਹੁਣ ਏਸ਼ੀਅਨ ਹਾਕੀ ਇਜ਼ ਗੋਇੰਗ ਡਾਊਨ ਤੇ ਇਸ ਦਾ ਰੀਜ਼ਨ ਕੀ ਹੈਗਾ? ਹਰਭਜਨ ਸਿੰਘ ਜੀ, ਇਸ ਕਲੱਬ ਦੀ ਖਾਸੀਅਤ ਕੀ ਹੈਗੀ ਆ? ਇਹ ਕਿਹੜੀ ਏਜ ਦੀਆਂ ਕਿੰਨੀਆਂ ਟੀਮਾਂ ਹੈਗੀਆਂ ਤਾਂ ਕਿ ਦਰਸ਼ਕ ਜਿਹੜੇ ਹੈਗੇ ਆ ਉਹ ਜਾਣ ਸਕਣ ਕਿ ਕੀ ਓਵਰ 60 ਜਾਂ ਓਵਰ 50 ਹੀ ਟੀਮਾਂ ਹੈਗੀਆਂ ਜਾਂ ਯੂਥ? ਕਿਉਂਕਿ ਬਹੁਤ ਸਾਰੇ ਪੇਰੈਂਟਸ ਇਸ ਮੌਕੇ ਪ੍ਰੋਗਰਾਮ ਦੇਖਦੇ ਹੋਣਗੇ ਜਾਂ ਯੂਥ ਵੀ ਪ੍ਰੋਗਰਾਮ ਦੇਖਦੇ ਹੋਣਗੇ, ਉਹ ਵੀ ਚਾਹਣਗੇ ਕਿ ਬਾਰਫੋਰਡ ਟਾਈਗਰ ਨੂੰ ਕੰਟੈਕਟ ਕੀਤਾ ਜਾ ਸਕੇ। ਇਹ ਵੀ ਜਾਣਨਾ ਚਾਹਾਂਗੇ ਆਪਾਂ ਦਰਸ਼ਕਾਂ ਲਈ ਕਿ ਤੁਹਾਡੀ ਜਿਹੜੀ ਹੋਮ ਗਰਾਊਂਡ ਹੈਗੀ ਆ ਉਹ ਬਰਮਿੰਘਮ 'ਚ ਇੰਗਲੈਂਡ ਦੇ ਕਿਹੜੇ ਹਿੱਸੇ 'ਚ ਤੁਸੀਂ ਮਤਲਬ ਖੇਡਦੇ ਹੋ? ਸਾਡੀ ਜਿਹੜੀ ਹੈਗੀ ਗਰਾਊਂਡ ਹੈਗੀ ਹੈਮਸਟੈਡ ਹਾਲ ਸਕੂਲ ਆ ਹੈਮਸਟੈਡ ਵੁੱਡ ਦੇ ਵਿੱਚ। ਇਹੋ ਸਾਡੀ ਮੰਨ ਲਓ ਹੋਮ ਪਿਚ ਆ, ਜਿਹਦੇ ਵਿੱਚ ਕਿ ਮੰਨ ਲਓ ਬੈਚਸ ਵੀ ਟੀਮ ਵੀ ਹੈਗੀ ਆ, ਕੰਬਾਈਨਡ ਟੀਮ ਵੀ ਹੈਗੀ, ਲੇਡੀਜ਼ ਐਂਡ ਜੈਂਟਸ ਵੀ ਹੈਗੇ ਐਂਡ ਲੇਡੀਜ਼ ਸੈਪਰੇਟ ਟੀਮ ਵੀ ਹੈਗੀ ਆ। ਜਿਹੜੀ ਕਿ ਲੇਡੀਜ਼ ਟੀਮ ਇਸ ਸਾਲ ਟੌਪ ਤੇ ਆਈ ਆ, ਉਹਨੇ ਕੋਈ ਮੈਚ ਨਹੀਂ ਹਾਰੇ, ਬਸ ਸਾਰੇ ਮੈਚ ਜਿੰਨੇ ਵੀ ਖੇਲੇ ਆ ਉਹ ਸਭ ਜਿੱਤੇ ਆ। ਜਿਹੜੀ ਲੇਡੀਜ਼ ਟੀਮ ਹੈਗੀ ਆ ਉਹਦੇ 'ਚ ਜਿਹੜੇ ਪਲੇਅਰ ਹੈਗੇ ਆ ਉਹ ਸਾਰੇ ਏਸ਼ੀਅਨ ਪੰਜਾਬੀ ਆ ਜਾਂ ਗੋਰੇ ਜਾਂ ਦੂਸਰੀਆਂ ਕੌਮਾਂ ਵੀ ਹਾਜ਼ਰ ਨੇ? ਮੋਸਟਲੀ ਤਾਂ ਮੰਨ ਲਓ ਹੈਗੇ ਯੂਰਪੀਅਨ ਕੁੜੀਆਂ ਜਾਂ ਇੰਗਲੈਂਡ ਦੀਆਂ ਆ ਤੇ ਉਹਦੇ ਵਿੱਚ ਆਪਣੀ ਏਸ਼ੀਅਨ ਵੀ ਹੈਗੀਆਂ ਆ
ਤੇ ਮੇਰਾ ਖਿਆਲ ਇਹੋ ਹੀ ਆ, ਦੋ ਹਜੇ ਜ਼ਿਆਦਾ। ਬੇਸਿਕਲੀ ਤੁਸੀਂ ਬਾਰਫੋਰਡ ਹਾਕੀ ਕਲੱਬ ਦੇ ਜ਼ਰੀਏ ਇੱਕ ਰਸਤਾ ਬਣਾ ਰਹੇ ਆ ਕਿ ਸਾਡੀਆਂ ਬੱਚੀਆਂ ਪੰਜਾਬੀ ਜਾਂ ਹਿੰਦੁਸਤਾਨੀ ਕੁੜੀਆਂ ਵੀ ਉੱਥੇ ਆ ਸਕਦੀਆਂ। ਉਹਨਾਂ ਲਈ ਕੋਈ ਸਪੈਸ਼ਲ ਮਤਲਬ ਪ੍ਰੋਗਰਾਮ ਦੀ ਲੋੜ ਜਾਂ ਕੋਈ ਇਹੋ ਜਿਹੀ ਬੰਦਿਸ਼ ਤਾਂ ਨਹੀਂ ਹੈਗੀ? ਨਹੀਂ, ਸਪੈਸ਼ਲੀ ਜਿਹੜੇ ਕੁੜੀਆਂ ਦੇ ਹੈਗੇ ਆ, ਜਿਵੇਂ ਕਿ ਉਹਨਾਂ ਦਾ ਚੇਂਜਿੰਗ ਰੂਮ ਤਾਂ ਸੈਪਰੇਟ ਨੈਚੁਰਲੀ ਹੋਣਾ ਹੀ ਹੋਣਾ ਆ ਜੀ। ਬਾਕੀ ਤਾਂ ਠੀਕ ਆ, ਕਲੱਬ ਵਿੱਚ ਜੋ ਕਲੱਬ 'ਚ ਆਉਂਦੇ ਆ, ਪੱਬ ਦੇ ਵਿੱਚ ਆਉਂਦੇ ਆ, ਮਤਲਬ ਇਕੱਠੇ ਬੈਠ ਕੇ ਸਾਰੇ ਆਪੋ ਆਪਣੀ ਗੇਮ ਦੀਆਂ ਆਪੋ ਆਪਣੀਆਂ ਸਟੋਰੀਆਂ ਸਾਰੇ ਆਪੋ ਗੱਪ ਸ਼ੁਰੂ ਕਰ ਲੈਂਦੇ ਆ ਔਰ they are getting the mostly welcome or very respectable atmosphere ਤੇ ਜਿਹੜੇ ਬੱਚੇ ਆਉਂਦੇ ਆ ਉਹਨਾਂ ਦੇ ਪੇਰੈਂਟਸ ਵੀ ਆਣ ਕੇ ਲੈ ਕੇ ਜਾਂਦੇ ਟਾਈਮ ਸਿਰ। ਮਤਲਬ ਸਾਡੇ ਬਹੁਤ ਅਰੇਂਜ ਕੀਤਾ ਹੈ ਕਲੱਬ ਵਾਲਿਆਂ ਨੇ ਕਿ ਕਿਸੇ ਬੱਚੇ ਨੂੰ ਬਗੈਰ ਅਨਨੋਨ ਪੀਪਲ ਨਾਲ ਭੇਜਣਾ, ਵਾਪਸ ਨਹੀਂ ਭੇਜਣਾ ਘਰ ਨੂੰ, ਅਨਲੈਸ ਕਿ ਉਹਨਾਂ ਨੇ ਪੇਰੈਂਟਸ ਨੇ ਦੱਸਿਆ ਕਿ ਨੋਮੀਨੇਟ ਕੀਤਾ ਕਿ ਇਸ ਬੰਦੇ ਨਾਲ ਤੁਸੀਂ ਆਪਣੇ ਭੇਜ ਸਕਦੇ ਆ। ਤੇ ਪੂਰੀ ਰਿਸਪੌਂਸਿਬਿਲਿਟੀ ਆ, ਪੂਰੀ ਮਤਲਬ ਹਰ ਇੱਕ ਚੀਜ਼ ਸਿਕਿਉਰਿਟੀ ਹੈ ਹਰ ਇੱਕ ਪਲੇਅਰ ਦੀ, ਮਤਲਬ ਖਾਸ ਕਰ ਬੱਚਿਆਂ ਦੀ। ਸੋ ਬਾਰਫੋਰਡ ਟਾਈਗਰ ਹਾਕੀ ਕਲੱਬ ਜਿਹੜੀ ਹੈਗੀ ਆ, ਸੌਰੀ, ਉਹਦਾ ਹੋਰ ਵੀ ਕੋਈ ਸਪੋਰਟਸ 'ਚ ਹਿੱਸਾ ਸੰਪਰਕ ਹੈਗਾ ਉਹਨਾਂ ਨਾਲ ਜਾਂ ਸਿਰਫ ਹਾਕੀ ਖਿਡਾਉਂਦੇ ਤੁਸੀਂ? ਮੇਰਾ ਖਿਆਲ ਤਾਂ ਹਾਕੀ ਆ ਸਾਡਾ ਮੇਨ ਜੀ, ਹੋਰ ਤਾਂ ਕੋਈ ਨਹੀਂ ਹੈ, ਕਿਉਂਕਿ ਹਾਕੀ ਇੰਨਾ ਮੈਨੂੰ ਨੌਲੇਜ ਹੈਗਾ ਕਿ ਹਾਕੀ ਦੇ ਸਿਰਫ। ਹਾਕੀ ਤੋਂ ਇਲਾਵਾ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਪੰਜਾਬੀਆਂ ਨੂੰ ਕਿੰਨਾ ਕੁ ਦੂਜੀਆਂ ਸਪੋਰਟਸਾਂ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ ਤੁਹਾਡੀ ਆਪਣੀ ਸਮਝ ਮੁਤਾਬਕ? ਜ਼ਰੂਰਤ ਹੈ ਸਾਰੀ, ਕੋਈ ਵੀ ਸਪੋਰਟਸ ਹੈਗੇ, ਸਪੋਰਟਸ ਉਹਦੇ ਵਿੱਚ ਤਾਂ ਕੋਈ ਆਪੋ ਆਪਣੀ ਚੋਇਸ ਤਾਂ ਹੈਗੀ ਆ, ਪਰ ਇਹ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਕਿੰਨੇ ਕੁ ਫੰਡ ਹੈਗੇ, ਕਿੰਨੇ ਕੁ ਤੁਹਾਡੇ ਕੋਲ ਫੈਸਿਲਿਟੀ ਹੈਗੀ ਆ, ਜਾਂ ਤੁਹਾਡੇ ਕੋਲ ਕਿੰਨੇ ਕੁ ਹੈਗੇ ਉਹ ਇਹ ਜਗ੍ਹਾ ਕਿਹੋ ਜਿਹੀ ਹੈਗੀ ਆ ਕਿ ਫੈਸਿਲਿਟੀ ਹੈਗੀ। ਜੇ ਕੋਈ ਐਥਲੀਟ ਬਣਨਾ ਚਾਹਵੇ, ਸਾਡੇ ਕੋਲ ਟਰੈਕ ਹੈ ਨਹੀਂਗਾ ਦੌੜਨ ਵਾਸਤੇ ਜਾਂ ਕੁਛ ਵੀ, ਕਿਵੇਂ ਪ੍ਰੋਵਾਈਡ ਕਰ ਸਕਦੇ ਆ? ਤੁਸੀਂ ਕੀ ਮਹਿਸੂਸ ਕਰਦੇ ਆ ਕਿ ਸਾਨੂੰ ਖਾਸ ਕਰਕੇ ਪੰਜਾਬੀਆਂ ਨੂੰ ਸਪੋਰਟਸ ਦੀ ਕਿੰਨੀ ਕੁ ਜ਼ਰੂਰਤ ਹੈਗੀ ਹੈ ਇਸ ਕੰਟਰੀ 'ਚ? ਕੋਈ ਵੀ ਹੋਵੇ ਬੰਦਾ, ਸਪੋਰਟਸ ਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਰੀਜ਼ਨ ਫਿਟਨੈਸ, ਹੈਪੀਨੈਸ ਤੇ ਤੁਹਾਡਾ ਜਿਹੜਾ ਹੈਗਾ ਮੋਰਲੀ ਤੁਸੀਂ ਬੰਦਾ ਅਲਰਟ ਹੋਇਆ, ਹਰ ਇੱਕ ਚੀਜ਼ ਠੀਕ ਹੋਇਆ, ਹੈਪੀ ਰਹਿੰਦਾ ਬੰਦਾ ਜੀ। ਪਰ ਕਿਉਂਕਿ ਹੁਣ ਸਾਡੇ ਜਿਹੜੇ ਹੈਗੇ ਬੱਚੇ ਹੈਗੇ ਏਸ਼ੀਅਨ, ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਵੀਕਐਂਡ ਤੇ ਕੰਮ ਤੇ ਲਾ ਦਿੰਦੇ ਆ, ਜਾਂ ਆਪੋ ਆਪਣੇ ਘਰਾਂ ਦੀ ਕਮਿਟਮੈਂਟ ਹੈਗੀ ਆ, ਉਹ ਬੜੇ ਬ੍ਰਾਈਟ ਬੱਚੇ ਹੁੰਦੇ ਜਿਹੜੇ ਕਿ ਟੀਮ ਦੇ ਵਿੱਚ ਆ ਸਕਦੇ, ਕਲੱਬ ਹਾਕੀ ਇੰਪਰੂਵ ਕਰ ਸਕਦੇ ਆ। ਉਹ 1-2 ਸਾਲ ਖੇਲ ਕੇ ਜਦੋਂ ਉਹਨਾਂ ਨੇ ਮੰਨ ਲਓ ਇੰਪਰੂਵ ਪਰ ਸਟੈਪ ਗਾਹਾਂ ਲੈਣਾ ਆ, ਉਹ ਪੇਰੈਂਟਸ ਆਉਣ ਨਹੀਂ ਦਿੰਦੇ। ਇਸ ਕਰਕੇ ਬਿਗ ਪ੍ਰੋਬਲਮ ਆ ਕਿ ਜਿਹੜੇ ਖਾਸ ਕਰ ਸਾਡੇ ਏਸ਼ੀਅਨ ਦੇ ਵਿੱਚ ਬੱਚੇ ਨੂੰ ਤੁਸੀਂ ਟੈਲੀਫੋਨ ਕਰੋ ਵੀ ਤੁਸੀਂ ਉੱਥੇ ਆਣ ਕੇ ਇੰਨੇ ਵੀ ਤਿਆਰ ਮਤਲਬ ਖੇਲਣ ਵਾਸਤੇ ਜਾਣਾ, ਜਦੋਂ ਤੁਸੀਂ ਉਹਨਾਂ ਨੂੰ ਟੈਲੀਫੋਨ ਕਰੋ ਉਹ ਕਹਿੰਦੇ ਨਹੀਂ ਉਹ ਬਿਜ਼ੀ ਆ, ਉਹ ਕੰਮ ਤੇ ਮਤਲਬ ਕੰਮ ਕਰਦਾ, ਨਹੀਂ ਆ ਸਕਦਾ। ਇਸ ਟੌਪਿਕ ਨੂੰ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਡਿਸਕਸ ਕਰਾਂਗੇ। ਮੈਂ ਜਾਣਨਾ ਚਾਹਾਂਗਾ ਸੁੱਚਾ ਸਿੰਘ ਜੀ ਤੁਹਾਡੇ ਤੋਂ, ਤੁਸੀਂ ਅੱਜ ਬਾਰਫੋਰਡ ਹਾਕੀ ਕਲੱਬ ਨੂੰ ਸਪਾਂਸਰ ਕਰ ਰਹੇ ਹੋ, ਤੁਹਾਨੂੰ ਫਾਈਨੈਂਸ਼ੀਅਲੀ ਇਹਨਾਂ ਨੂੰ ਇਸ ਕਲੱਬ ਨੂੰ ਸਪੋਰਟ ਕਰਕੇ ਕੀ ਖੁਸ਼ੀ ਮਿਲਦੀ ਆ? ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਕਿਉਂਕਿ ਜਦੋਂ ਅਸੀਂ ਛੋਟੇ ਸੀਗੇ ਸਾਨੂੰ ਵੀ ਫਾਈਨੈਂਸ਼ੀਅਲੀ ਕਈ ਆਰਗੇਨਾਈਜੇਸ਼ਨਸ ਜਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਨਹੀਂ ਫਾਈਨੈਂਸਿਸ ਹੁੰਦੇ ਸੀਗੇ ਜਾਂ ਜਾਂਦੇ ਹੁੰਦੇ ਸੀਗੇ ਤੇ ਕਲੱਬ ਹਾਊਸ ਨਹੀਂ ਹੁੰਦਾ ਸੀਗਾ ਤੇ ਸਾਨੂੰ ਸਪੋਰਟ ਮਿਲਦੀ ਸੀ ਮੋਰਲ। ਹੁਣ ਆਈ ਥਿੰਕ ਵੀ ਨੀਡ ਟੂ ਪ੍ਰੋਵਾਈਡ ਦ ਸੇਮ ਟੂ ਦ ਯੂਥ ਕਿ ਸਾਨੂੰ ਖੁਸ਼ੀ ਮਿਲਦੀ ਹੈ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਜੋ ਕਿ ਫਿਊਚਰ ਹੈਗੀ ਆ ਉਹ ਥੋੜਾ ਬਹੁਤ ਖੇਲਦੇ, ਸੋ ਲਿਟਲ ਬਿਟ ਵਾਟਐਵਰ ਵੀ ਕੈਨ ਡੂ ਅਸੀਂ ਕਰਦੇ ਹਾਂ। ਆਈ ਥਿੰਕ ਹੋਰ ਦਰਸ਼ਕਾਂ ਨੂੰ ਵੀ ਸਾਡੇ ਕਮਿਊਨਿਟੀ ਦੇ ਮੈਂਬਰਸ ਨੂੰ ਵੀ ਮੋਰ ਅੱਗੇ ਆਉਣਾ ਚਾਹੀਦਾ ਹੈਗਾ। ਅੱਜ ਤੋਂ ਕੁਝ ਅਰਸਾ ਪਹਿਲਾਂ ਸਾਨੂੰ ਪੈਸੇ ਦੀ ਬਹੁਤ ਲੋੜ ਸੀਗੀ, ਅੱਜ ਮੇਰਾ ਖਿਆਲ ਹੈ ਵੀ ਹਰ ਉਹ ਪ੍ਰਾਣੀ ਜਿਹੜਾ ਇੱਥੇ ਆਏ ਨੂੰ 25-30 ਸਾਲ ਤੋਂ ਜ਼ਿਆਦਾ ਹੋ ਗਿਆ, ਸ਼ਾਇਦ ਉਹਦਾ ਧਿਆਨ ਬੈਕ ਹੋਮ ਜਾਂ ਬੈਕ ਹੋਮ ਕਿਸੇ ਪ੍ਰਾਪਰਟੀ ਨੂੰ ਲੈਣ ਲਈ ਨਹੀਂ, ਉਹਦੇ ਕੋਲ ਇਨਕਮ ਵੀ ਹੈਗੀ ਆ। ਕੀ ਸਲਾਹ ਦਿਓਗੇ ਉਹਨਾਂ ਨੂੰ ਕਿ ਉਹ ਆਪਣੇ ਇਸ ਪੈਸੇ ਚੋਂ ਕੁਝ ਹਿੱਸਾ ਸਪੋਰਟਸ ਵਾਲੇ ਪਾਸੇ ਖਰਚਣ ਤੇ ਕਿਉਂ? ਦੇਖੋ ਜੀ, ਇਹ ਪੈਸੇ ਆਪਾਂ ਨੂੰ ਖਰਚਣੇ ਚਾਹੀਦੇ। ਇਹ ਜਿਹੜੀ ਹੈਗੀ ਹੈ ਜੇ ਤੁਸੀਂ ਪੈਸੇ ਖਰਚੋਗੇ ਆਪਣੇ ਬੱਚਿਆਂ ਲਈ, ਉਹ ਇੱਕ ਇਨਵੈਸਟਮੈਂਟ ਹੈ ਬੱਚੇ ਦੇ ਵਿੱਚ, ਇਜ਼ ਐਜ਼ ਇੰਪੋਰਟੈਂਟ ਐਜ਼ ਐਜੂਕੇਸ਼ਨ। ਕਿਉਂਕਿ ਇਸ ਕਈ ਸਾਡੇ ਪੇਰੈਂਟਸ ਇਹ ਸਮਝਦੇ ਕਿ ਜੇ ਅਸੀਂ ਬੱਚਾ ਸਾਡਾ ਸਪੋਰਟ ਖੇਲਦਾ ਉਹ ਐਜੂਕੇਸ਼ਨ ਦੇ ਵਿੱਚ ਅੱਗੇ ਨਹੀਂ ਜਾਏਗਾ, ਇਹ ਭੁਲੇਖਾ ਹੈ ਮੈਨੂੰ ਲੱਗਦਾ। ਕਿਉਂਕਿ ਮੈਂ ਖੁਦ ਚਾਰਟਰਡ ਅਕਾਊਂਟੈਂਟ ਹੈਗਾ ਤੇ ਵੀ ਆਰ ਇਨ ਬਿਜ਼ਨਸ ਐਜ਼ ਵੈਲ, ਤੇ ਇੱਕ ਸਾਡਾ ਆਪਣਾ ਅਮਰਜੀਤ ਸਿੰਘ ਡੀਗਨ, ਹੀ ਇਜ਼ ਪਲੇਡ ਫॉर ਇੰਗਲੈਂਡ, ਹੀ ਇਜ਼ ਅ ਚਾਰਟਰਡ ਅਕਾਊਂਟੈਂਟ ਐਜ਼ ਵੈਲ। ਸੋ ਇਹ ਜਿਹੜੀ ਕਨਸੈਪਸ਼ਨ ਹੈਗੀ ਕਿ ਗਲਤ ਹੈਗੀ ਕਿ ਸਪੋਰਟਸ ਦੇ ਵਿੱਚ ਬੱਚੇ ਨਹੀਂ ਫੁੱਲਫਿਲ ਹੋਦੇ ਐਜੂਕੇਸ਼ਨ ਦੇ ਵਿੱਚ। ਆਈ ਥਿੰਕ ਦੇ ਨੀਡ ਟੂ ਇਨਵੈਸਟ ਇਨ ਦ ਫਿਊਚਰ ਐਂਡ ਦੇ ਨੀਡ ਟੂ ਇਨਵੈਸਟ ਇਨ ਦ ਕਿਡਸ। ਅੱਜ ਤੁਸੀਂ ਦੋਨੇ ਸੱਜਣ ਬਾਰਫੋਰਡ ਹਾਕੀ ਕਲੱਬ ਦੇ ਤਰਫੋਂ ਆਏ ਹੋ। ਐਜ਼ ਜਨਰਲ ਆਪਾਂ ਸਾਰੀ ਸਪੋਰਟ ਨੂੰ ਜਿਹੜੀ ਪੰਜਾਬੀਆਂ ਦੀ ਖਾਸ ਕਰਕੇ ਉਹ ਹਾਕੀ, ਫੁੱਟਬਾਲ, ਕਬੱਡੀ ਜਾਂ ਐਥਲੈਟਿਕ ਵਗੈਰਾ ਹੈਗੀ ਆ, ਉਹਨੂੰ ਪ੍ਰਫੁੱਲ ਕਰਨ ਲਈ ਤੁਹਾਡੀ ਨਜ਼ਰ ਸੁੱਚਾ ਸਿੰਘ ਜੀ ਆਪਾਂ ਨੂੰ ਕਿਹੋ ਜਿਹੇ ਸਟੈਪ ਲੈਣੇ ਚਾਹੀਦੇ ਹੈਗੇ ਆ? ਜਿਹੜੇ ਸਟੈਪ ਆਪਾਂ ਨੂੰ ਲੈਣੇ ਚਾਹੀਦੇ, ਜਿਹੜੀ ਕਿ ਸਾਡੀ ਕਮਿਊਨਿਟੀ ਹੈਗੀ ਆ ਇਸ ਵੇਲੇ,
ਇਹ ਬਹੁਤ ਵੈਰੀ ਸਟਰੋਂਗ ਕਮਿਊਨਿਟੀ ਹੈਗੀ ਆ, ਫਾਈਨੈਂਸ਼ੀਅਲੀ ਰਿਚ ਹੈਗੇ ਆ, ਪਰ ਜਿਹੜੇ ਸਾਡੇ ਆਈ ਥਿੰਕ ਜਿਹੜੀ ਸਾਡੇ ਜਿਹੜੇ ਇੰਸਟੀਟਿਊਸ਼ਨਸ ਹੈਗੀਆਂ, ਜਿਹੜੇ ਗੁਰਦੁਆਰੇਜ਼ ਹੈਗੇ ਆ, ਉਹਨਾਂ ਕੋਲ ਫਾਈਨੈਂਸਿਸ ਹੈਗੇ ਆ, ਤੇ ਦੇ ਨੀਡ ਟੂ ਯੂਜ਼ ਦੋਜ਼ ਫਾਈਨੈਂਸਿਸ ਟੂ ਇਨਵੈਸਟ ਇਨ ਸਾਡੀ ਸਪੋਰਟਸ ਫੈਸਿਲਿਟੀ ਦੇ ਵਿੱਚ। ਅੱਜ ਜੇ ਤੁਸੀਂ ਦੇਖਿਆ ਜਾਵੇ ਸਾਡੀ ਕਮਿਊਨਿਟੀ ਕੋਲ ਕੋਈ ਸਪੋਰਟਸ ਸੈਂਟਰ ਨਹੀਂ ਹੈਗਾ। ਸੋ ਜੇ ਸਾਡੇ ਸਿੱਖ ਇੰਸਟੀਟਿਊਸ਼ਨਸ ਹੈਗੀਆਂ ਇਕੱਠੇ ਹੋ ਕੇ ਇੱਕ ਸਪੋਰਟਸ ਸੈਂਟਰ ਬਣਾਉਣ, ਦੈਟ ਬੀ ਵੈਰੀ ਗੁੱਡ। ਤੇ ਨਾਲ ਇੱਕ ਦੂਸਰੀ ਗੱਲ ਇਹ ਹੈਗੀ ਕਿ ਜਿਹੜੀ ਸਾਡੀ ਕਮਿਊਨਿਟੀ ਇੱਕ ਤਰ੍ਹਾਂ ਤਾਂ ਅਸੀਂ ਲੈਕ ਕਰਦੇ ਸਪੋਰਟਸ ਦੇ ਵਿੱਚ, ਦੇ ਟੂ ਥਿੰਗਸ ਆਈ ਥਿੰਕ ਆਈ ਹੈਵ ਨੋਟਿਸਡ ਜਿਹੜੀ ਸਾਡੀ ਕਮਿਊਨਿਟੀ ਪਿੱਛੇ ਰਹਿ ਗਈ ਆ, ਇੱਕ ਹੈਗੀ ਸਪੋਰਟਸ ਵਿੱਚ ਤੇ ਦੂਜੀ ਹੈਗੀ ਪੋਲਿਟਿਕਸ। ਗੁੱਡ ਪੁਆਇੰਟ। ਤੇ ਜੇ ਸਾਡੀ ਕਮਿਊਨਿਟੀ ਕਿਉਂਕਿ ਪੋਲਿਟਿਕਸ ਦੇ ਵਿੱਚ ਨਹੀਂ ਹੈਗੀ, ਉਹ ਜਿਹੜੀਆਂ ਫੈਸਿਲਿਟੀਜ਼ ਅਵੇਲੇਬਲ ਹੈਗੀਆਂ ਆ ਦੂਸਰੀਆਂ ਕਮਿਊਨਿਟੀਜ਼ ਜਿਹੜੀਆਂ ਯੂਜ਼ ਕਰਦੀਆਂ ਆਪਣੇ ਆਪ ਨੂੰ ਗਵਰਨਮੈਂਟ ਕੋਲੋਂ ਲੈਣ ਨੂੰ, ਦੇयर ਇਜ਼ ਅ ਲੋਟ ਆਫ ਫੰਡਿੰਗ ਅਵੇਲੇਬਲ, ਬਟ ਬਿਕੋਜ਼ ਸਾਡੀ ਕਮਿਊਨਿਟੀ ਪੋਲਿਟਿਕਸ ਦੇ ਵਿੱਚ ਨਹੀਂ ਹੈਗੀ, ਸਾਡੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ ਇਨ ਦ ਲੋਕਲ ਕਾਉਂਸਲਸ, ਇਨ ਦ ਪਾਰਲੀਮੈਂਟ, ਉਹ ਅਸੀਂ ਮਿਸ ਕਰ ਰਹੇ ਹੈਗੇ ਆ। ਜੇ ਸਾਡੀ ਕਮਿਊਨਿਟੀ ਜਿੱਦਾਂ ਦੂਸਰੀਆਂ ਕਮਿਊਨਿਟੀਜ਼ ਹੈਗੀਆਂ ਆ, ਜੇ ਅਸੀਂ ਉਹ ਪੋਲਿਟਿਕਸ ਦੇ ਵਿੱਚ ਅੱਗੇ ਹੁੰਦੇ, ਆਈ ਥਿੰਕ ਵੀ ਵੁੱਡ ਹੈਵ a lot of sporting facilities in this country, and I think which we miss a lot, and ਜਿਹੜੀ ਜੋ ਕਿ ਸਾਡੀ ਜਿਹੜੀ future generation ਹੈਗੀ ਆ, ਉਹ ਸਾਨੂੰ ਕਹੇਗੀ ਕਿ ਬਈ ਤੁਸੀਂ we missed it because ਸਾਡੇ ਕੋਲ institutions ਨਹੀਂ ਸੀਗੀਆਂ। ਸੁੱਚਾ ਸਿੰਘ ਜੀ, ਤੁਸੀਂ ਬਹੁਤ ਵਧੀਆ ਪੁਆਇੰਟ ਨੂੰ ਟੱਚ ਕੀਤਾ ਕਿ ਅੱਜ ਜੇ ਅਸੀਂ ਡਾਊਨ ਹੈਗੇ ਆ ਤੇ ਡਿਊ ਟੂ ਲੈਕ ਆਫ ਜਿਹੜੀ ਹੈਗੀ ਆ ਪੋਲਿਟਿਕਸ, ਸਾਨੂੰ ਪੋਲਿਟਿਕਸ ਵਿੱਚ ਇਕੁਅਲ ਐਜ਼ ਕੰਮ ਤੇ ਜਾਂ ਸਪੋਰਟਸ ਉਹਨਾਂ ਹਿੱਸਾ ਪਾਉਣ ਦੀ ਲੋੜ ਹੈਗੀ ਆ, ਤਾਂ ਕਿ ਅਸੀਂ ਸਰਕਾਰੀ ਦੁਆਰੇ ਜਾ ਕੇ ਆਪਣੇ ਬਣਦੇ ਹੱਕ ਸਰਕਾਰ ਤੋਂ ਲਿਆ ਸਕੀਏ। ਤੁਸੀਂ ਕੀ ਸੋਚਦੇ ਹੋ ਹਰਭਜਨ ਸਿੰਘ ਜੀ ਇਸ ਪੁਆਇੰਟ ਬਾਰੇ ਜਿਹੜੀ ਸੋਚਾ ਸੁਣੀ ਰੇਜ਼ ਕੀਤਾ? ਪੋਲਿਟਿਕਸ ਦੇ ਵਿੱਚ ਤਾਂ ਇਹਨਾਂ ਨੌਲੇਜ ਨਹੀਂ ਹੈਗਾ, ਪਰ ਇਹੋ ਸਪੋਰਟਸ ਬਾਰੇ ਹੈ ਕਿ ਇਹੋ ਕਬ ਹੋਣਾ ਚਾਹੀਦਾ ਆ। ਜੇ ਤੁਸੀਂ ਪੋਲੀਟੀਸ਼ੀਅਨ ਨੂੰ ਵੀ ਨਾਲ ਲੈ ਕੇ ਚੱਲ ਸਕਦੇ ਆ, ਮੋਢੇ ਨਾਲ ਮੋਢਾ ਰਲਾ ਕੇ, ਇਹ ਸਭ ਤੋਂ ਵਧੀਆ ਗੱਲ ਹੋ ਸਕਦੀ ਆ ਕਿ ਤੁਹਾਨੂੰ ਪੋਲਿਟਿਕਸ ਵਿੱਚ ਹਿੱਸਾ ਮਿਲ ਜਾਊਗਾ, ਤੁਹਾਨੂੰ ਸਪੋਰਟਸ ਵਿੱਚ ਮਿਲ ਜਾਊ, ਪਲੱਸ ਤੁਹਾਨੂੰ ਕਈ ਰਾਹ ਹੈਗੇ ਆ ਕਿ ਤੁਸੀਂ ਮਤਲਬ ਗ੍ਰਾਂਟ ਵਗੈਰਾ ਲੈਣੀ ਆ ਜਾਂ ਇੰਪਰੂਵ ਕਰਨਾ ਹਰ ਇੱਕ ਚੀਜ਼। ਇਹ ਵਿਦਆਊਟ ਨੌਲੇਜ ਜਾਂ ਵਿਦਆਊਟ ਐਕਸਪੀਰੀਅੰਸ ਇਹ ਤੁਸੀਂ ਗੇਨ ਨਹੀਂ ਕਰ ਸਕਦੇ। ਤੁਸੀਂ ਕੀ ਸੋਚਦੇ ਹੋ, ਇੰਗਲੈਂਡ 'ਚ ਤੁਹਾਨੂੰ ਆਇਆ ਨੂੰ 40-45 ਸਾਲ ਹੋ ਗਏ ਆ, ਇਸ ਪੀਰੀਅਡ ਦੌਰਾਨ ਪੰਜਾਬੀਆਂ ਦੀ ਸਪੋਰਟਸ ਜਿਹੜੀ ਆ ਇੰਗਲੈਂਡ 'ਚ ਉੱਪਰ ਗਈ ਹੈ ਜਾਂ ਉਹਦਾ ਕੋਈ ਗ੍ਰਾਫ ਥੱਲੇ ਡਿੱਗਿਆ? ਇੰਗਲੈਂਡ ਦੇ ਵਿੱਚ ਸਪੋਰਟਸਮੈਨ ਜੇ ਆਪਾਂ ਚੈੱਕ ਕਰੀਏ ਤਾਂ ਮੋਸਟਲੀ ਫੁੱਟਬਾਲ ਨੂੰ ਲੋਕ ਜਾਂਦੇ ਆ, ਉਹ ਵਿੱਚ ਆਪਣੇ ਮੇਰੇ ਖਿਆਲ ਬਹੁਤ ਘੱਟ ਬੰਦੇ 1% ਵੀ ਨਹੀਂ ਹੋਣੇ ਆ। ਹਾਕੀ ਵਿੱਚ ਯੈਸ ਕਾਫੀ ਆਪਣਾ ਜਿਹੜੀਆਂ ਟੀਮਾਂ ਹੈਗੀਆਂ, ਏਸ਼ੀਅਨ ਟੀਮਾਂ ਹੈਗੀਆਂ, ਜਿਹੜੇ ਗੋਰੇ ਲੋਕ ਆਉਂਦੇ ਦੇਖਣ, ਮੈਚ ਦੇਖਣ ਆਉਂਦੇ ਆ, ਉਹ ਕਹਿੰਦੇ ਸਾਨੂੰ ਮਜ਼ਾ ਆਉਂਦਾ ਕਿ ਏਸ਼ੀਅਨ ਸਕਿੱਲਫੁਲ ਹਾਕੀ ਖੇਲਦੇ ਆ। ਹਾਕੀ ਬਹੁਤ ਫਾਸਟ ਹੋ ਗਈ ਆ, ਗਰਾਊਂਡਾਂ ਬਹੁਤ ਫਾਸਟ ਹੋ ਗਈਆਂ, ਤੁਸੀਂ ਮੰਨ ਲਓ ਆਮ ਬੰਦਾ ਨਹੀਂ ਮੰਨ ਲਓ ਕੈਚ ਕਰ ਸਕਦਾ, ਪਰ ਜਦੋਂ ਏਸ਼ੀਅਨ ਖੇਲਦੇ ਆ ਇਹੋ ਬਹੁਤ ਵਧੀਆ ਟਰੈਕ ਮਤਲਬ ਖੇਲਦੇ ਆ, ਫਾਸਟ ਵੀ ਖੇਲਦੇ ਆ, ਵਿੱਚ ਟੈਕਨੋਲੋਜੀ ਜਿਹੜੀ ਹੈਗੀ ਆ, ਵਿੱਚ ਸਕਿੱਲ ਹੈ ਨਾ, ਸਕਿੱਲਫੁਲ ਇਹੋ ਸਾਰੇ ਖੇਲਦੇ ਆ। ਤੁਹਾਡਾ ਕਹਿਣ ਤੋਂ ਭਾਵ ਵੀ ਗੋਰੇ ਲੋਕ ਤੁਹਾਨੂੰ ਇਹ ਕਹਿੰਦੇ ਆ ਕਿ ਏਸ਼ੀਅਨ ਜਿਹੜੇ ਹੈਗੇ ਆ ਇਹ ਐਨਰਜੈਟਿਕ ਹੈਗੇ ਆ ਬਨਸਪਤ ਗੋਰਿਆਂ ਦੇ, ਮਤਲਬ ਐਨਰਜੀ ਇਹਨਾਂ 'ਚ ਜ਼ਿਆਦਾ ਹੈਗੀ ਆ ਗੋਰਿਆਂ ਨਾਲੋਂ? ਡੈਫੀਨਿਟ ਨਹੀਂ, ਐਨਰਜੀ ਡੈਫੀਨਿਟ ਸਾਡੇ ਨਾਲ ਗੋਰਿਆਂ 'ਚ ਜ਼ਿਆਦਾ ਆ। ਗੋਰਿਆਂ ਜ਼ਿਆਦਾ ਹੈ ਤੁਹਾਡੇ ਕਹਿਣ ਦਾ? ਅੱਛਾ, ਆਈ ਫੀਲ ਪਰਸਨਲੀ ਐਨੀਵੇ, ਆਈ ਕਾਂਟ ਸੇ ਐਨੀਥਿੰਗ। ਕੀ ਕਾਰਨ ਕੀ ਹੈਗਾ? ਉਹਨਾਂ ਦੀ ਬੋਡੀ ਦੀ ਡਿਵੈਲਪਮੈਂਟ, ਫੂਡ, ਹਰ ਇੱਕ ਚੀਜ਼ ਬਰੋਡ ਮਾਈਂਡਡ। ਅਸੀਂ ਹੈਗੇ ਆ ਮਤਲਬ ਵਰੀ ਹੈਗੀਆਂ, ਕਈ ਪ੍ਰੋਬਲਮ ਕਰਦੀਆਂ ਹੁੰਦੀਆਂ ਜੇ ਇੱਧਰਲੀਆਂ ਉੱਧਰਲੀਆਂ ਹੋਈਆਂ, ਪਲੱਸ ਫਿਜ਼ੀਕਲੀ ਜਿਹੜੇ ਐਕਸਰਸਾਈਜ਼ ਡਿਪੈਂਡ ਕਰਦਾ ਹੁੰਦਾ ਐਕਸਰਸਾਈਜ਼ ਔਨ ਯੂਅਰ ਡਾਇਟ ਇੰਡੀਵਿਜੂਅਲੀ ਆ। ਇਹੋ ਕਈ ਮਤਲਬ ਇਹ ਨਹੀਂ ਕਿ ਸਾਰੇ ਅਸੀਂ ਏਸ਼ੀਅਨ ਸਾਰੇ ਵੀਕ ਹੈਗੇ ਜਾਂ ਕਿੱਦਾਂ ਹੈਗੇ ਨਾ, ਪਰ ਮੋਸਟਲੀ ਜੇ ਤੁਸੀਂ ਦੇਖਿਆ ਜਾਏ ਅਸੀਂ ਆਪਣੀ ਏਜ ਦੇ ਮੁਤਾਬਕ ਖੇਲੀ ਦੇ, ਉਹ ਸਾਡੇ ਨੂੰ ਕਿਤੇ ਕਾਫੀ ਫਾਸਟ ਵਾ, ਆਈ ਫੀਲ ਐਨੀਵੇ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਜਦੋਂ ਤੁਸੀਂ ਸਪੋਰਟਸ ਖੇਡਦੇ ਹੋ ਤਾਂ ਤੁਸੀਂ ਬਾਕੀ ਦੀ ਸਾਰੀ ਦੁਨੀਆ ਨੂੰ ਕੱਟ ਆਫ ਹੋ ਕੇ ਸਿਰਫ ਕੰਸਰਟ ਕਰਦੇ ਹੋ, ਤੁਸੀਂ ਰਿਲੈਕਸ ਫੀਲ ਕਰਦੇ ਆ ਆਫਟਰ ਸਪੋਰਟਸ। ਤੁਹਾਡਾ ਕੀ ਵਿਚਾਰ ਇਹਦੇ ਬਾਰੇ? ਆਈ 100% ਇਹੋ ਐਗਰੀ ਕਰਦਾ ਕਿ ਜੋ ਤੁਸੀਂ ਖੇਲ ਤੁਹਾਡੀ ਗੁੱਡ ਗੇਮ ਲੱਗ ਜਵੇ, ਯੂ ਫੀਲ ਵੈਰੀ ਹੈਪੀ ਐਂਡ ਵੈਰੀ ਪ੍ਰਾਊਡ, ਔਰ ਸਾਰੀ ਟੀਮ ਔਰ ਕਲੱਬ ਇਵਨ ਤੁਹਾਨੂੰ ਫੀਲ ਕਰਦੀ, ਹੈਪੀ ਕਰਦੇ ਆ। ਸੋ ਇਟਸ ਲਾਈਕ ਦੈਟ ਯੂ ਬੀਨ ਟੂ ਸਿਨੇਮਾ ਟੂ ਵਾਚ ਦ ਫਿਲਮ ਟੂ ਗੈਟ ਰਿਲੈਕਸ। ਸੋ ਇਸ ਪੁਆਇੰਟ ਮੁੱਖ ਰੱਖ ਕੇ ਸਾਨੂੰ ਸਪੋਰਟਸ ਵੱਲ ਜ਼ਿਆਦਾ ਜਾਣਾ ਚਾਹੀਦਾ। ਤੁਹਾਡਾ ਕੀ ਖਿਆਲ ਸੁੱਚਾ ਸਿੰਘ ਜੀ? ਆਈ ਥਿੰਕ ਸਾਨੂੰ ਸਪੋਰਟਸ ਦੇ ਵਿੱਚ ਬਹੁਤ ਜਾਣਾ ਚਾਹੀਦਾ। ਇੱਕ ਤਾਂ ਇਹ ਸਾਡੇ ਜਿਹੜੀ ਫਿਜ਼ੀਕਲੀ ਫਿਟ ਰੱਖਦੀ ਆ, ਸੋਸ਼ਲੀ ਸਾਨੂੰ ਇਹ interaction develop, especially for the kids, is very good for interaction socially, and it keeps the kids, the youth, away from the bad things like drink, computer games, and it makes the kids physically active and
they do, I think, perform better in education as well. When they go to school, they feel refreshed. And for the parents as well, ਜਦੋਂ ਤੁਸੀਂ ਬੱਚੇ ਨੂੰ imagine ਕਰੋ, ਹੁਣ ਜਿੱਦਾਂ ਬਾਫਰ ਟਾਈਗਰਸ ਯੂਥ ਅਕੈਡਮੀ ਹੈਗੀ ਆ, ਉਹਨਾਂ ਦੀ ਟ੍ਰੇਨਿੰਗ ਸੰਡੇ ਮਾਰਨਿੰਗ ਹੁੰਦੀ ਆ from 10 to 12. ਜਦੋਂ 10 to 12 ਜੋ ਪੇਰੈਂਟਸ ਉਹਨਾਂ ਨੂੰ ਡ੍ਰੌਪ ਕਰਕੇ ਜਾਂਦੇ ਆ, ਉਹ ਪੇਰੈਂਟਸ ਨੂੰ 2 ਘੰਟੇ ਦੀ ਬ੍ਰੇਕ ਮਿਲਦੀ ਆ ਜੀ। they can go, in fact ਇੱਕ ਤਰ੍ਹਾਂ ਇੱਕ ਬੇਬੀ ਸਿਟਿੰਗ ਕਰਦੇ ਆ, so parents can go and shopping ਜਾ ਸਕਦੇ, they can have a free time to themselves. So it helps both. It's not only helping the kid, it's helping the parents. And ਕਈ parents ਹੈਗੇ ਆ ਸਾਡੇ ਜਿਹੜੇ they're very very helpful, especially the ladies. They do very hard work, drop the kids off, pick them up, and well done to them as well. ਸਰਦਾਰ ਹਰਭਜਨ ਸਿੰਘ ਉਹਨਾਂ ਨੇ ਇੱਕ ਪੁਆਇੰਟ ਰੇਜ਼ ਕੀਤਾ, ਉਹ ਹੈਗਾ ਵਰੀ ਦਾ, ਵੀ ਸਾਡੇ ਜਿਹੜੇ ਪ੍ਰੈਸ਼ਰ ਹੈਗੇ ਆ ਆਫ ਦਾ ਲਾਈਫ ਇਜ਼ ਗ੍ਰੇਟਰ ਦੈਨ ਮੇਬੀ ਅਦਰ ਕਮਿਊਨਿਟੀ, ਗੋਰਿਆਂ ਦੇ ਅਗੇਂਸਟ ਜਿਹੜੇ ਹੈਗੇ ਪ੍ਰੈਸ਼ਰ ਸਾਡੇ ਜ਼ਿਆਦਾ ਹੈਗੇ ਆ, ਔਰ ਪ੍ਰੈਸ਼ਰ ਨੂੰ ਰਿਲੀਜ਼ ਕਰਨ ਲਈ ਅਸੀਂ ਕਈ ਵਾਰੀ ਨਸ਼ੇ ਦਾ ਸਹਾਰਾ ਲੈਂਦੇ ਹੈਗੇ ਆ। ਬੀਇੰਗ ਅ ਪੇਰੈਂਟਸ, ਜੇ ਤੁਸੀਂ ਨਸ਼ੇ ਦਾ ਸਹਾਰਾ ਲੈਂਦੇ ਤਾਂ ਸਾਡੇ ਬੱਚੇ ਵੀ ਉਸੇ ਚੀਜ਼ ਨੂੰ ਫੋਲੋ ਕਰਦੇ ਆ। ਐਗਜ਼ਾਮਪਲ, ਇਫ ਆਮ ਸਪੋਰਟਸ ਪਰਸਨੈਲਿਟੀ, ਮੈਂ ਸਪੋਰਟਸ ਖੇਡਦਾ ਤਾਂ ਮੇਰਾ ਬੱਚਾ ਆਟੋਮੈਟਿਕਲੀ ਸਪੋਰਟਸ ਖੇਡੇਗਾ। ਜਦ ਤੁਹਾਡਾ ਬੱਚਾ ਵੀ, ਜੇ ਤੁਸੀਂ ਖੇਡਦੇ ਹੋ ਤੁਹਾਡਾ ਬੱਚਾ ਵੀ ਖੇਡੇਗਾ। ਤੁਸੀਂ ਨਸ਼ਾ ਪੀਣਾ, ਤੁਹਾਡਾ ਬੱਚਾ ਨਸ਼ਾ ਪੀਵੇਗਾ। ਸੋ ਰਿਲੈਕਸ ਹੋਣ ਲਈ ਸਾਨੂੰ ਸਪੋਰਟਸ ਕਰਨੀ ਬਹੁਤ ਜ਼ਰੂਰੀ ਹੈਗੀ ਆ। ਅਦਰਵਾਈਜ਼ ਜਿਹੜਾ ਡਰੱਗ ਹੈਗਾ ਜਾਂ ਨਸ਼ਾ ਹੈਗਾ, ਉਹ ਸਾਡੇ ਪਰਿਵਾਰ ਤੇ ਭਾਰੂ ਹੋ ਜਾਏਗਾ। ਤੁਸੀਂ ਇੱਕ ਖਦਸ਼ਾ ਜ਼ਾਹਰ ਕਰਦੇ ਆ ਕਿ ਅਗਰ ਅਸੀਂ ਸਪੋਰਟਸ ਨਾ ਸ਼ੁਰੂ ਕੀਤੀ ਤੇ ਨਸ਼ਾ ਜਿਹੜਾ ਸਾਨੂੰ ਦਬਾ ਲੇਗਾ। ਮੈਂ ਤੁਹਾਨੂੰ ਇਹ ਗੱਲ ਹੁਣ ਤੁਸੀਂ ਕੀਤੀ ਹੈ ਨਸ਼ੇ ਦੀ, ਜੋ ਕਿ ਇਸ ਵੇਲੇ ਇੰਗਲੈਂਡ ਦੇ ਵਿੱਚ ਫੈਸਿਲਿਟੀਜ਼ ਹੈਗੀਆਂ ਸਾਡੇ ਬੱਚਿਆਂ ਲਈ, ਸਕੂਲਸ ਦੇ ਵਿੱਚ ਹੈਗੀਆਂ ਆ, ਇੱਥੇ ਫਿਰ ਨਸ਼ਾ ਘਟ ਗਿਆ। ਤੁਸੀਂ ਇਸੇ ਚੀਜ਼ ਨੂੰ ਤੁਸੀਂ ਇੰਡੀਆ ਦੇ ਨਾਲ ਜੇ ਤੁਸੀਂ ਕੰਪੇਅਰ ਕਰੋ ਨਾ, ਇਸ ਵੇਲੇ ਇੰਡੀਆ ਦੇ ਵਿੱਚ ਕੋਈ ਸਪੋਰਟਿੰਗ ਫੈਸਿਲਿਟੀਜ਼ ਨਹੀਂ ਹੈਗੀਆਂ ਸਾਡੇ ਪੰਜਾਬ ਦੇ ਵਿੱਚ। ਤੇ ਜੇ ਤੁਸੀਂ ਉਹੀ ਚੀਜ਼ ਨੂੰ ਤੁਸੀਂ ਨੋਟਿਸ ਕਰੋ ਨਾ, ਇੱਥੇ ਉੱਥੇ ਡਰਗ ਯੂਜ਼ ਬਹੁਤ ਹਾਈ ਲੈਵਲ ਤੇ ਯੂਜ਼ ਕਰਦੇ ਸਾਡੇ ਬੱਚੇ, ਕਿਉਂਕਿ ਉਹਨਾਂ ਦਾ ਕਸੂਰ ਨਹੀਂ ਹੈਗਾ, ਬੱਚਿਆਂ ਦਾ ਵੀ ਕਸੂਰ ਹੈ। ਕਸੂਰ ਉਹਨਾਂ ਦਾ ਇਹ ਇਸ ਕਰਕੇ ਨਹੀਂ ਹੈਗਾ, ਜਿਹੜੇ ਸਾਡੇ ਪੇਰੈਂਟਸ ਹੈਗੇ ਆ ਜਾਂ ਸਾਡੀ ਜਿਹੜੀ ਉੱਥੇ ਲੀਡਰਸ਼ਿਪ ਹੈਗੀ ਹੈ, ਦੇ ਡਿਡ ਨਾਟ ਇਨਵੈਸਟ ਇਨ ਦ ਰਾਈਟ ਥਿੰਗਸ। ਕੋਈ ਸਪੋਰਟਿੰਗ ਫੈਸਿਲਿਟੀਜ਼ ਨਹੀਂ ਹੈਗੀ, ਬੱਚੇ ਸ਼ਾਮ ਨੂੰ ਕੀ ਕਰ ਸਕਦੇ ਆ ਜੀ, ਦੇ ਗੋ ਇਨਟੂ ਰੋਂਗ ਸੋਸਾਇਟੀ। ਆਪਾਂ ਇਸ ਗੱਲ ਤੋਂ ਉਲਾਂਭਾ ਪੰਜਾਬ ਦੀ ਸਰਕਾਰ ਨੂੰ ਜਾਂ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਨੂੰ ਦੇ ਸਕਦੇ ਆ, ਲੇਕਿਨ ਇੱਥੇ ਆਪਾਂ ਕਿਹੜੀ ਫੈਸਿਲਿਟੀ ਤਿਆਰ ਕਰ ਰਹੇ ਆ, ਇਹਦਾ ਉਲਾਂਭਾ ਆਪਾਂ ਕਿਹਨੂੰ ਦੇਵਾਂਗੇ? ਇਹ ਸਾਡੇ ਆਸੇ ਇਹ ਸਾਡੀ ਅਗੇਨ ਜਿਹੜੇ ਸਾਡੇ ਇੰਸਟੀਟਿਊਸ਼ਨਸ ਹੈਗੀਆਂ, ਸਾਡੇ ਗੁਰਦੁਆਰੇ, ਉਹਨਾਂ ਦਾ ਕਸੂਰ ਨਹੀਂ ਹੈਗਾ, ਕਿਉਂਕਿ ਦੇयर ਵਾਸ ਅ ਫਰਸਟ ਜਨਰੇਸ਼ਨ, ਉਹ ਬਿਜ਼ੀ ਸੀਗੀ ਹੈਲਪਿੰਗ the families, because ਜਿਹੜੀ first generation ਜਾਂ second generation ਸੀ, they were not financially very very strong, so they had to work very hard, so ਉਹਨਾਂ ਦੀ contribution is very high as well, so we can't disregard ਕਿ ਵੀ ਉਹਨਾਂ ਨੇ ਕੰਮ ਨਹੀਂ ਕੀਤਾ। ਉਹਨਾਂ ਦੀ contribution ਸੀਗੀ ਕਿ family raise ਕੀਤੀ ਆ, ਪਰ ਜਿਹੜੀ ਇਸ ਵੇਲੇ ਸਾਡੀ community ਹੈਗੀ is financially rich, so we need to look into those sporting facilities, ਕਿ at least ਸਾਡੇ ਕੋਲ ਆਪਣੀਆਂ sporting facilities ਹੋਣੀਆਂ ਚਾਹੀਦੀਆਂ ਹੈਗੀਆਂ। We need to go to the government, local government, ਕਿ look, we need land, we need to build hockey pitches, football pitches, ਜਿਹੜੀ ਮਰਜ਼ੀ ਸਪੋਰਟ ਹੋਵੇ, ਸਾਡੇ ਪੇਰੈਂਟਸ ਨੂੰ ਇਨਕਰੇਜ ਕਰਨਾ ਚਾਹੀਦਾ ਬੱਚਿਆਂ ਨੂੰ, ਕ੍ਰਿਕਟ ਹੋਏ, ਹਾਕੀ ਹੋਏ, ਫੁੱਟਬਾਲ, ਐਨੀਥਿੰਗ, ਉਹ ਆਪਾਂ ਨੂੰ ਇਸ ਵੇਲੇ ਮੋਰੇ ਲੈ ਕੇ ਆਉਣੀ ਚਾਹੀਦੀ ਹੈ। ਤੁਹਾਡੀ ਨਜ਼ਰ 'ਚ ਅਗਰ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇ, ਬਰਮਿੰਘਮ ਇੱਕ ਬਹੁਤ ਵੱਡਾ ਸ਼ਹਿਰ ਹੈਗਾ, ਇਹਦੇ 'ਚ ਪੰਜਾਬੀਆਂ ਦੀ ਬਹੁਤ ਜ਼ਿਆਦਾ ਵਸੋਂ ਹੈਗੀ ਆ, ਜਿਹਨੇ ਇਲਾਕੇ ਨਾਲ ਲੱਗਦੇ ਆ, ਐਗਜ਼ਾਮਪਲ ਡਡਲੀ, ਵੁਲਹੈਂਪਟਨ, ਵੈਸਟ ਬ੍ਰੌਮਿਚ ਵਗੈਰਾ ਵਗੈਰਾ, ਉਹਨਾਂ ਸਾਰਿਆਂ ਦੇ ਨੌਜਵਾਨ ਇੱਕ ਜਗ੍ਹਾ ਡੇ ਬਾਏ ਡੇ ਅਗਰ ਸਪੋਰਟਸ ਕਰਨੀ ਚਾਹਣ ਤੇ ਤੁਸੀਂ ਕਿਹੋ ਜਿਹੀ ਜਗ੍ਹਾ ਪ੍ਰੋਵਾਈਡ ਕਰ ਸਕਦੇ ਹੋ, ਜਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈਗੀ ਆ ਉਹ ਇੱਕ ਇਹੋ ਜਿਹਾ ਅਦਾਰਾ ਕਾਇਮ ਕਰਨ ਲਈ? ਦੇਖੋ, ਪਹਿਲੇ ਤਾਂ ਸਾਨੂੰ ਇੱਕ ਫਾਈਨੈਂਸਿਸ ਚਾਹੀਦੇ ਹੈਗੇ ਜੀ, which is very important. Then we need piece of land which is common, ਕਿ ਜਿੱਥੇ ਸਾਡੀ ਸਾਰੀ ਕਮਿਊਨਿਟੀ ਆ ਸਕੇ। ਕਈ ਦਫਾ ਨਾ ਅਸੀਂ ਹੁਣ ਤੁਸੀਂ ਗੱਲ ਕੀਤੀ ਫੈਸਿਲਿਟੀਜ਼ ਦੀ, we've been trying to get a hockey pitch with Basford Tigers. I'm involved with that one. ਤੇ we've seen ਇੱਕ ਦੋ ਫੈਸਿਲਿਟੀਜ਼ ਦੇਖਿਆ। ਕਈ ਦਫਾ ਸਾਨੂੰ ਨਾ ਉਹ ਫੈਸਿਲਿਟੀਜ਼ ਏਦਾਂ ਦੀ ਆਫਰ ਕਰ ਦਿੰਦੇ ਆ ਕਿ ਤੁਸੀਂ ਉੱਥੇ ਜਾ ਹੀ ਨਹੀਂ ਸਕਦੇ, ਬਿਕਾਜ਼ ਇਜ਼ ਨੋ ਯੂਜ਼ ਟੂ ਨੋਬਡੀ। ਸਾਨੂੰ ਉਸ ਫੈਸਿਲਿਟੀਜ਼ ਚਾਹੀਦੀ ਆ ਜਿਹੜੀਆਂ ਲੋਕਲ ਹੋਣ, ਲੈਂਡ ਹੋਵੇ, ਫਾਈਨੈਂਸਿਸ ਚਾਹੀਦੇ, ਸਾਰਾ ਕੁਝ। ਇਟਸ ਆਲ ਇੰਪੋਰਟੈਂਟ, ਵੀ ਨੀਡ ਅ ਲੋਟ ਆਫ ਫਾਈਨੈਂਸਿਸ। ਸੋ ਤੁਹਾਡਾ ਕਹਿਣ ਤੋਂ ਮਤਲਬ ਇਸ ਕੰਟਰੀ 'ਚ ਹਲੇ ਡੋਲੇ ਮੇਰਾ ਤਾਂ ਕੁਝ ਨਹੀਂ ਵਿਗੜਿਆ, ਅਗਰ ਅਸੀਂ ਸਿਰ ਜੋੜ ਕੇ ਬੈਠੀਏ ਤਾਂ ਅਸੀਂ ਇੱਕ ਇਹੋ ਜਿਹਾ ਅਦਾਰਾ ਬਰਮਿੰਘਮ 'ਚ ਇਜਾਜ਼ ਕਰ ਸਕਦੇ ਹਾਂ। ਐਗਜ਼ਾਮਪਲ ਮੈਂ ਦੇਣੀ ਚਾਹਾਂਗਾ ਕਿ ਗ੍ਰੇਵਜ਼ੈਂਟ ਦੇ ਗੁਰਦੁਆਰੇ ਦੇ ਨਾਲ ਇੱਕ ਬਹੁਤ ਵਧੀਆ ਗਰਾਊਂਡ, ਜਿੱਥੇ ਕਿ ਹਰੇਕ ਸਾਲ ਟੂਰਨਾਮੈਂਟ ਹੁੰਦਾ, ਦਰਸ਼ਕ ਬਹੁਤ ਵਾਰੀ ਗਏ ਵੀ ਹੋਣਗੇ, ਦੇਖਦੇ ਵੀ ਹੋਣਗੇ। ਤੇ ਅਗਰ ਇਹ ਚੀਜ਼ ਗ੍ਰੇਵਜ਼ੈਂਟ ਦੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਗਰਾਊਂਡ ਜਾਂ ਫੈਸਿਲਿਟੀ ਉੱਥੇ ਬਣ ਸਕਦੀ ਤਾਂ ਬਰਮਿੰਘਮ ਕਿਉਂ ਨਹੀਂ ਬਣ ਸਕਦੀ? ਇੱਕ ਕੁਐਸਚਨ ਮਾਰਕ ਆਪਣੇ ਲਈ, ਇੱਕ ਸਵਾਲੀਆ ਚਿੰਨ੍ਹ ਲੱਗ ਗਿਆ ਹੈਗਾ। ਅਸੀਂ ਅਗਾਂਹ ਇਹਦੇ ਬਾਰੇ ਸੋਚਣਾ ਹੈਗਾ।
ਅਗਲੀ ਗੱਲ ਮੈਂ ਕਰਨੀ ਚਾਹਾਂਗਾ ਤੁਹਾਡੇ ਨਾਲ, ਅੱਜ ਇਹ ਪਲੇਠਾ ਪ੍ਰੋਗਰਾਮ ਆਪਾਂ ਜਿਹੜਾ ਹੈਗਾ ਅਕਾਲ ਟੀਵੀ ਦੇ ਜ਼ਰੀਏ ਅਕਾਲ ਸਪੋਰਟਸ ਵਿੱਚ ਲਿਆ ਕੇ ਇਹ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੈਗੇ ਆ। ਹਰਭਜਨ ਸਿੰਘ ਜੀ, ਅਗਰ ਤੁਹਾਨੂੰ ਕੋਈ ਇਹੋ ਜਿਹੀ ਜ਼ਿੰਮੇਵਾਰੀ ਮਿਲੇ ਕਿ ਤੁਸੀਂ ਬਰਮਿੰਘਮ ਦੇ ਇਲਾਕੇ ਨਾਲ ਸੰਬੰਧਿਤ ਜਿੰਨੇ ਪੰਜਾਬੀ ਹੈਗੇ ਉਹਨਾਂ ਲਈ ਕੁਝ ਸਪੋਰਟਸ ਦੇ ਜ਼ਰੀਏ ਤਿਆਰ ਕੀਤੇ ਜਾਣ, ਤਾਂ ਤੁਸੀਂ ਕਿਹੜੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰੋਗੇ? ਮਤਲਬ ਇਸ ਏਜ ਦੇ ਵਿੱਚ ਤਾਂ ਮੈਂ ਮਤਲਬ ਜਿਹੜਾ ਕੋਈ ਆਰਗੇਨਾਈਜ਼ ਕਰਦੇ ਮੈਂ ਉਹਨਾਂ ਦੀ ਉੱਥੇ ਮਤਲਬ ਹੈਲਪ ਕਰ ਸਕਦਾ ਮਤਲਬ ਫਿਜ਼ੀਕਲੀ ਜੀ। ਜੇ ਅਜੇ ਤੱਕ ਜਿੱਦਾਂ ਹੁਣ ਮਤਲਬ ਟੀਮ ਆਈ ਆ ਬਾਹਰੋਂ, ਉਹਨਾਂ ਵਾਸਤੇ ਕੋਈ ਚਾਹ ਬਣਾਉਣੀ ਜਾਂ ਕੁਝ ਹੋਰ ਬੰਦੋਬਸਤ ਕਰਨਾ, ਅਰੇਂਜ ਕਰਨਾ, ਫੂਡ ਕਰਨਾ ਜਾਂ ਰੈਡੀ ਕਰਨਾ, ਇਹੋ ਜਿਹੀ ਫੈਸਿਲਿਟੀ ਮੈਂ ਮਤਲਬ ਵੈਰੀ ਹੈਪੀਲੀ ਮਤਲਬ ਕਰਨ ਨੂੰ ਤਿਆਰ ਹਾਂ। ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਸੱਜਣ ਵਲੰਟੀਅਰ ਕਰਨ ਲਈ ਤਿਆਰ ਹੋਣਗੇ, ਤੁਹਾਡਾ ਕੀ ਖਿਆਲ ਆ? ਜਾਂ ਜ਼ਰੂਰ ਹੈਗੇ ਆ ਸਾਰੇ, ਹਰ ਕੋਈ ਇੰਜੋਇਮੈਂਟ ਮਿਲਦੀ ਹੈ ਹਰ ਪਲੇਅਰ ਬੰਦੇ ਨੂੰ ਕਿ ਅਸੀਂ ਆਪਣੀ ਫੰਕਸ਼ਨ ਕੀਤਾ, ਅਸੀਂ ਸਕਸੈਸਫੁਲ ਹੋ ਗਏ, ਸਾਡਾ ਮੈਚ ਟੂਰਨਾਮੈਂਟ ਹੋਇਆ ਜਾਂ ਕਾਮਯਾਬ ਹੋ ਗਿਆ, ਉਹ ਸਾਰੇ ਹੈਪੀ ਫੀਲ ਕਰਦੇ ਆ ਔਰ ਲੁੱਕ ਫਾਰਵਰਡ ਟੂ ਦ ਸੇਮ ਥਿੰਗ ਔਨ ਦ ਨੈਕਸਟ ਈਅਰ ਔਰ ਸੋ ਔਨ। ਥੈਂਕ ਯੂ ਫॉर ਦ ਸਰਵਿਸਿਜ਼। ਮੈਂ ਸੁੱਚਾ ਸਿੰਘ ਜੀ ਅਮੂਮਨ ਇੱਕ ਗੱਲ ਕਰਦਾ ਹੁੰਨਾ, ਅਗਰ ਤੁਸੀਂ ਆਪਣੇ ਆਪ ਨੂੰ ਜਵਾਨ ਦੇਖਣਾ ਚਾਹੁੰਦੇ ਹੋ ਤੇ ਆਪਣੇ ਬੱਚਿਆਂ ਨੂੰ ਬੁੱਢੇ ਨਾ ਹੋਣ ਦਿਓ। ਮੈਂ ਮਹਿਸੂਸ ਕਰਦਾ ਕਿ ਅੱਜ ਸਾਡੇ ਤੋਂ ਪਹਿਲਾਂ ਸਾਡੇ ਬੱਚੇ ਬੁੱਢੇ ਹੋਣ ਜਾ ਰਹੇ ਹੈਗੇ। ਤੁਸੀਂ ਗੱਲ ਕੀਤੀ ਹੈਗੀ ਆ ਉਹ ਘਰ ਬੈਠੇ ਕੰਪਿਊਟਰ ਤੇ ਜਾਂ ਲੈਪਟਾਪ ਤੇ ਜਾਂ ਗੇਮਾਂ ਖੇਡਦੇ ਹੈਗੇ ਆ, ਉਹਨਾਂ ਨੂੰ ਫਿਜ਼ੀਕਲੀ ਕਿਸੇ ਸਪੋਰਟਸ ਨਾਲ ਜੋੜਨਾ ਚਾਹੀਦਾ। ਅਗਰ ਉਹ ਆਪ ਹੈਲਥੀ ਹੈਗਾ ਤੇ ਉਹ ਤੁਹਾਡੀ ਵੀ ਦੇਖਭਾਲ ਕਰ ਸਕਦਾ, ਜੇ ਤੁਹਾਡੀ ਦੇਖਭਾਲ ਕਰਦਾ ਤਾਂ ਪਰਿਵਾਰ ਅਸਾਰੂ ਸੋਚ ਰੱਖਦਾ ਤੇ ਉਹਦੇ ਨਾਲ ਸਮਾਜ ਦੀਆਂ ਜਿਹੜੀਆਂ ਜ਼ਰੂਰਤਾਂ ਜੁੜੀਆਂ ਹੈਗੀਆਂ, ਸੋ ਸਮਾਜ ਨੂੰ ਉਹਨਾਂ ਦੇ ਦੇਖਣ ਲਈ ਸਾਨੂੰ ਸਪੋਰਟਸ ਵਾਲੇ ਪਾਸੇ ਜਾਣਾ ਚਾਹੀਦਾ ਹੈਗਾ। ਤੇ ਅੱਜ ਸਿੱਖ ਆਪਣਾ ਅਕਾਲ ਚੈਨਲ ਤੁਹਾਡੀ ਜਾਂ ਸਪੋਰਟਸ ਦੀ ਕਿੱਦਾਂ ਮਦਦ ਕਰ ਸਕਦਾ ਤੁਹਾਡੇ ਖਿਆਲ 'ਚ? ਸਾਡੇ ਅਕਾਲ ਚੈਨਲ ਕੈਨ ਹੈਲਪ ਅਸ ਕਿ ਜੇ ਇਹ ਸਪੋਰਟਿੰਗ ਜੋ ਕਿ ਮੈਚਿਸ ਹੁੰਦੇ ਆ, ਟੂਰਨਾਮੈਂਟਸ ਹੁੰਦੇ ਆ, ਉਹਨਾਂ ਨੂੰ ਇਹ ਟੈਲੀਵਾਈਜ਼ ਕਰਨ ਤੇ ਜਿਹੜੇ ਸਾਡੇ ਸਪੋਰਟਿੰਗ ਹੀਰੋਜ਼ ਹੈਗੇ ਆ ਉਹਨਾਂ ਨੂੰ ਲਿਆਉਣ ਇੱਦਾਂ ਆਹ ਪ੍ਰੋਗਰਾਮਾਂ ਤੇ ਕਿ ਜਿਹੜੇ ਸਾਡੇ ਬੱਚੇ ਹੈਗੇ ਆ ਉਹ ਦੇਖਣ ਕਿ ਵੀ ਉਹ ਸਪੋਰਟਿੰਗ ਹੀਰੋ ਹੈਗਾ ਆ, ਉਹਨਾਂ ਦੇ ਫੈਨ ਬਣਨ ਕਿ ਕੱਲ ਨੂੰ ਉਹ ਬੱਚਾ ਕਵੇ ਕਿ ਬਈ ਮੈਂ ਵੀ ਉੱਥੇ ਅਕਾਲ ਚੈਨਲ ਤੇ ਜਾ ਕੇ ਆਪਣੀ ਇੰਟਰਵਿਊ ਦੇਣੀ ਹੈਗੀ ਆ, ਕਿ ਹੀ ਇਜ਼ ਗੋਇੰ ਟੂ, ਉਹਦੇ ਮਨ 'ਚ ਡ੍ਰੀਮ ਹੋਏਗਾ। ਸੋ ਆਈ ਥਿੰਕ ਅਕਾਲ ਚੈਨਲ ਕੈਨ ਡੂ ਅ ਲੋਟ। ਇਟਸ ਅ ਮੀਡੀਅਮ if they can bring and televise the sports। ਅਪਰੇਸ਼ਨ ਸਿੰਘ ਜੀ, ਤੁਹਾਨੂੰ ਅਕਾਲ ਚੈਨਲ ਤੋਂ ਕੀ ਆਸਾਂ ਨੇ ਸਪੋਰਟਸ ਪ੍ਰਤੀ? ਮਤਲਬ ਜੇ ਇਹੋ ਜਿਹੇ ਪ੍ਰੋਗਰਾਮ ਬ੍ਰੌਡਕਾਸਟ ਕਰਨ, ਰਿਕਾਰਡ ਕਰਨ ਤੇ ਡੈਫੀਨੇਟਲੀ ਇਹਦੇ ਵਿੱਚ ਸਭ ਨੂੰ ਇਹੋ ਫਾਇਦਾ ਹੋਏਗਾ, ਪਲੇਅਰਾਂ ਨੂੰ ਜਾਂ ਦਰਸ਼ਕ ਜਿੰਨੇ ਵੀ ਹੈਗੇ ਆ ਔਰ ਕੰਟਰੀ ਦੇ ਵਿੱਚ ਜਿੰਨੇ ਵੀ ਲੋਕ ਟੈਲੀਵਿਜ਼ਨ ਦੇਖਦੇ ਆ ਉਹਨਾਂ ਨੂੰ ਜਾਂ ਬੱਚਿਆਂ ਨੂੰ ਦੇਖ ਕੇ ਉਹਨਾਂ ਨੂੰ ਸ਼ੌਕ ਅਸੀਂ ਦੇਖ ਕੇ ਇੱਕ ਦੂਜੇ ਨੂੰ ਦੇਖ ਕੇ ਸ਼ੁਰੂ ਹੋਏ ਆ ਕਿ ਫਲਾਨਾ ਮਤਲਬ ਐਥਲੀਟ ਹੈਗਾ ਜਾਂ ਪਲੇਅਰ ਹੈਗਾ ਆ ਤੇ ਅਸੀਂ ਵੀ ਕਿਸੇ ਦਿਨ ਇੱਦਾਂ ਦੇ ਬਣੀਏ। ਟਰਾਈ ਕੀਤੀ ਆ ਔਰ ਰੱਬ ਦੀ ਦਇਆ ਨਾਲ ਮਤਲਬ ਇੰਨੇ ਸਟਾਰ ਤਾਂ ਨਹੀਂ ਬਣੇ ਪਰ ਹਜੇ ਇਸ ਉਮਰ ਤੱਕ ਕੰਮ ਚੱਲੀ ਜਾਂਦਾ, ਮਤਲਬ ਖੇਲੀ ਜਾਈਦਾ। ਪੰਜਾਬੀ ਇੱਕ ਅਖਾਣ ਹੈਗੀ ਆ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ, ਤੇ ਅੱਜ ਤੁਹਾਡੇ ਸਾਹਮਣੇ ਇੱਕ 70 ਸਾਲਾ ਮੇਰਾ ਭਰਾ ਖਰਬੂਜੇ ਦੀ ਹੈਸੀਅਤ ਸਾਹਮਣੇ ਬੈਠਾ ਹੈਗਾ। ਅਗਰ ਇਹ 70 ਸਾਲ ਦੀ ਉਮਰ 'ਚ ਹਾਕੀ ਖੇਡ ਸਕਦੇ ਆ ਤੇ ਤੁਸੀਂ ਘਰ ਬੈਠੇ ਕਿਉਂ ਨਹੀਂ ਖੇਡ ਸਕਦੇ? ਧਿਆਨ ਦੇਣ ਦੀ ਲੋੜ ਹੈਗੀ ਆ। ਅਗਰ ਤੁਹਾਡੇ ਸੰਪਰਕ 'ਚ ਕੋਈ ਸਪੋਰਟਸ ਪਰਸਨੈਲਿਟੀ ਆ ਕੇ ਅਕਾਲ ਚੈਨਲ ਦੇ ਜ਼ਰੀਏ ਆਪਣੇ ਵਿਚਾਰ ਦੇਣਾ ਚਾਹਵੇ, ਅਕਾਲ ਚੈਨਲ ਨੂੰ ਕੰਟੈਕਟ ਕਰਕੇ ਆਪਣਾ ਫੋਨ ਨੰਬਰ, ਆਪਣਾ ਅਤਾ ਪਤਾ ਦੱਸਣ ਦੀ ਕੋਸ਼ਿਸ਼ ਕਰੋ। ਅਸੀਂ ਤੁਹਾਨੂੰ ਬਿਲਕੁਲ ਸਰਦਾਰ ਹਰਭਜਨ ਸਿੰਘ ਤੇ ਸਰਦਾਰ ਸੁੱਚਾ ਸਿੰਘ ਦੀ ਜਗ੍ਹਾ ਬਿਠਾ ਕੇ ਤੁਹਾਡੇ ਵਿਚਾਰ ਅਕਾਲ ਚੈਨਲ ਦੇ ਦਰਸ਼ਕਾਂ ਨਾਲ ਸਾਂਝੇ ਕਰਨ ਦੀ ਖੁਸ਼ੀ ਲਵਾਂਗੇ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈਗਾ। ਮੈਂ ਆਏ ਸੱਜਣਾ ਦਾ ਅਕਾਲ ਚੈਨਲ ਵੱਲੋਂ ਇੱਥੇ ਧੰਨਵਾਦ ਕਰਦਾ ਤੇ ਉੱਥੇ ਅਕਾਲ ਚੈਨਲ ਦੀ ਵੀ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਤੁਸੀਂ ਵੀ ਅਕਾਲ ਚੈਨਲ ਨੂੰ ਸਪੋਰਟ ਕਰਦੇ ਰਹੋ। ਸੋ ਖਿਮਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ।